ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਵੀ ਗੱਡੀਆਂ ਮਿਲੀਆਂ ਔਰ ਉਹਨਾਂ ਦੇ ਵਿੱਚ ਕਾਫੀ ਐਕਸਟਰਾ ਪੈਸੇ ਜਿੰਨਾ ਵੀ ਉਹਨਾਂ ਦਾ ਬਿੱਲ ਆਫ ਸੇਲ ਆ ਉਸ ਤੋਂ ਜ਼ਿਆਦਾ ਦੇਣੇ ਪੈ ਰਹੇ ਹਨ ਔਰ ਉਹਨਾਂ ਨੇ ਇਹ ਦੋਸ਼ ਲਾਏ ਕਿ ਡੀਲਰਸ਼ਿਪ ਵਾਲੇ ਵੱਧ ਪੈਸੇ ਚਾਰਜ ਕਰ ਰਹੇ ਹਨ ਪਰ ਡੀਲਰਸ਼ਿਪ ਦੇ ਆਪਣੇ ਕਈ ਇਹੋ ਜਿਹੇ ਜੁਗਾੜ ਬਣਾਏ ਹੋਏ ਨੇ ਜਿਹਦੇ ਨਾਲ ਜਿਹੜੇ ਗਾਹਕ ਨੇ ਉਹਨਾਂ ਨੂੰ ਵੱਧ ਪੈਸੇ ਦੇਣੇ ਪੈ ਰਹੇ ਹਨ। ਲੇਕਿਨ ਇਹਨਾਂ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਪੂਰੀ ਗੱਲਬਾਤ ਜਦੋਂ ਮੈਂ ਸਮਝੀ ਉਸ ਵਿੱਚ ਸਮਝ ਵਿੱਚ ਇਹ ਆਇਆ ਕਿ 2-3 ਕੁੰਡੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਡੀਲਰਸ਼ਿਪ ਵਰਤ ਰਹੀਆਂ ਨੇ ਜਿਸ ਨੂੰ ਕਿ ਬਾਅਦ ਦੇ ਵਿੱਚ ਜਿਹੜੀ ਰੀਜ਼ਨ ਸਾਨੂੰ ਸਮਝ ਵਿੱਚ ਆਇਆ ਕਿ ਕੁਝ ਅਜਿਹੀਆਂ ਵੈਲਿਊ ਐਡ ਔਨ ਸਰਵਿਸਿਸ ਸੀਗੀਆਂ ਜਿਸ ਤਰੀਕੇ ਨਾਲ ਤੁਸੀਂ ਬੋਨਟ ਦੀ ਜਾਂ ਫੈਂਡਰ ਦੀ ਲੈਮੀਨੇਸ਼ਨ ਕਰਦੇ ਹੋ ਜੋ ਕਿ ਸ਼ਾਇਦ ਮਾਰਕੀਟ ਦੇ ਵਿੱਚ $200-300 ਦੀ ਜਾਂ $400 ਦੀ ਹੋਏਗੀ ਲੇਕਿਨ ਉਸ ਦੀ ਕਾਸਟ ਨੂੰ ਵਧਾ ਕੇ $2100 ਡੀਲਰਸ਼ਿਪ ਦਿਖਾ ਰਹੀ ਸੀ। ਪਰ ਇੱਕ ਹੋਰ ਮਹੱਤਵਪੂਰਨ ਗੱਲ ਜਿਹੜੀ ਉਹ ਇਹ ਹੈ ਮੈਂ ਸਮਝਦਾ ਕਿ ਡੀਲਰਸ਼ਿਪ ਗਾਹਕ ਨੂੰ ਇਹ ਪ੍ਰੇਰਨਾ ਦੇ ਰਹੀ ਆ ਪ੍ਰੇਰਿਤ ਕਰ ਰਹੀ ਹੈ ਕਿ ਫਲਾਂ ਬੈਂਕ ਤੋਂ ਹੀ ਜਾਂ ਫਲਾਂ ਕੰਪਨੀ ਤੋਂ ਫਾਈਨੈਂਸ ਕਰਵਾਓ। ਫਾਈਨੈਂਸ ਦਾ ਕੀ ਜਿਹੜਾ ਫੈਕਟਰ ਸੀ ਜਿਹੜਾ ਤੁਸੀਂ ਵੇਖਿਆ ਉੱਥੇ? ਸਾਡੇ 2 ਦੋਸਤ ਨੇ ਜਿਹੜੇ ਕਿ ਆਪਣੇ ਲੋਕਲ ਡੀਲਰਸ਼ਿਪ ਇੱਥੇ ਇੱਕ ਪਿਟ ਮੈਡੋਜ਼ ਪੋਰਟ ਮੂਡੀ ਡੀਲਰਸ਼ਿਪ ਤੇ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਗੱਡੀ ਲਈ ਤੇ ਉਹ ਕਹਿੰਦੇ ਸਾਰਾ ਪੇਪਰ ਵਰਕ ਸਾਈਨ ਕਰਕੇ ਸਾਈਨ ਕਰ ਪਰ ਹੱਥ ਹੈਂਡਸ਼ੇਕ ਕਰ ਲਿਆ ਸੀ ਉਹਨਾਂ ਨੇ। ਜਦੋਂ ਹੈਂਡਸ਼ੇਕ ਕਰਨ ਤੋਂ ਬਾਅਦ ਉਹਨਾਂ ਨੇ ਸੇਲਸ ਪਰਸਨ ਨੇ ਕਿਹਾ ਕਿ ਓਕੇ ਵੀ ਆਲਸੋ ਰਿਕੁਆਇਰ ਐਡੀਸ਼ਨਲ $1000 ਜੇ ਤੁਸੀਂ ਗੱਡੀ ਰੱਖਣੀ ਆ ਹੁਣ ਇਹ ਪਰ ਉਹ ਕਹਿੰਦੇ ਸਾਡੇ ਪ੍ਰਾਈਸ ਵਿੱਚ ਤਾਂ ਹੈ ਨਹੀਂ ਸੀ ਇਹ ਉਹ ਕਹਿੰਦੇ ਸੌਰੀ ਇਹ ਸਾਡੀ ਪਾਲਿਸੀ ਆ ਹੁਣ ਕਰਕੇ ਇਹੀ ਜਿਹੜੇ ਸਾਡਾ ਦੋਸਤ ਚਲਾ ਗਿਆ ਫਰੀਵੇ ਮੈਜ਼ਡਾ ਜੋ ਕਿ ਆਪਣੇ ਸਰੀ ਵਿੱਚ ਨੇ ਉੱਥੇ ਜਾ ਕੇ ਉਹ ਕਹਿੰਦੇ ਸਾਡੇ ਕੋਲ ਕੋਈ ਫੀ ਨਹੀਂ ਹੈਗੀ। ਸੋ ਅਗੇਨ ਇੱਥੇ ਪਤਾ ਲੱਗਦਾ ਕਿ ਹਰ ਇੱਕ ਡੀਲਰਸ਼ਿਪ ਕੋਲੇ ਵੱਖਰੀ ਉਹਨਾਂ ਕੋਲੇ ਹੈਗੇ ਡਿਸਕ੍ਰੈਸ਼ਨਰੀ ਸੈਕਸ਼ਨ ਹੈਗਾ ਉਹਨਾਂ ਕੋਲੇ। It's not fair to the consumer. It's not fair to the consumer. ਇਸ ਤਰੀਕੇ ਨਾਲ ਹੁਣ ਡਾਕਟਰਸ ਨੇ ਉਹਨਾਂ ਨੂੰ ਰੈਗੂਲੇਟ ਕਰਨ ਲਈ ਸਾਡੇ ਕੋਲੇ ਬਾਡੀ ਹੈ ਜਾਂ ਸਾਡੇ ਕੋਲੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਰੈਗੂਲੇਟ ਕਰਨ ਲਈ ਸਾਡੇ ਕੋਲੇ ਬਾਡੀ ਹੈ। ਇਸੇ ਤਰ੍ਹਾਂ ਹੀ ਕੰਜ਼ਿਊਮਰ ਅਫੇਅਰਸ ਦੇ ਡਿਪਾਰਟਮੈਂਟ ਨੇ ਜਿਹੜੀਆਂ ਡੀਲਰਸ਼ਿਪਸ ਨੇ ਇਹਨਾਂ ਦੇ ਉੱਪਰ ਕੋਈ ਨਿਗਰਾਨ ਦੇ ਤੌਰ 'ਤੇ ਇਹੋ ਜਿਹੀ ਸਰਕਾਰੀ ਸੰਸਥਾ ਨਹੀਂ ਜਿਹੜੀ ਇਹਨਾਂ ਨੂੰ ਇਸ ਗੱਲ ਤੋਂ ਰੋਕ ਸਕੇ ਕਿ ਤੁਸੀਂ ਇਸ ਤਰ੍ਹਾਂ ਮਨੀ ਗਾਊਜ ਨਹੀਂ ਕਰ ਸਕਦੇ। The Harjinder Singh Show. ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜੀ ਦਿਲਚਸਪ ਗੱਲਬਾਤ ਚੱਲਣੀ ਹੈ ਉਹ ਇਹ ਹੈ ਕਿ ਅਸੀਂ ਕਾਰਾਂ ਮੋਟਰਾਂ ਕਿਵੇਂ ਖਰੀਦਦੇ ਹਾਂ। ਖਾਸ ਤੌਰ ਦੇ ਉੱਤੇ ਪਿਛਲੇ ਕੁਝ ਮਹੀਨਿਆਂ ਤੋਂ ਦਰਅਸਲ ਕੋਵਿਡ ਤੋਂ ਬਾਅਦ ਇਹ ਗੱਲ ਬੜੀ ਪ੍ਰਚਲਿਤ ਹੋਈ ਕਿ ਕਿਸੇ ਕਿਸਮ ਦੇ ਕੋਈ ਚਿਪਸ ਨੇ ਜਿਹੜੇ ਪੈਂਦੇ ਨੇ ਮਾਡਰਨ ਵਹੀਕਲਸ ਦੇ ਵਿੱਚ ਉਹ ਚਿਪਸ ਦੀ ਸ਼ੋਰਟੇਜ ਹੋਣ ਕਰਕੇ ਜਿਹੜੇ ਵਹੀਕਲਸ ਨੇ ਉਹ ਮਿਲ ਨਹੀਂ ਰਹੇ। ਸੋ ਲੋਕਾਂ ਨੇ ਬੁਕਿੰਗ ਕਰਾਈ ਹੋਈ ਸੀ ਅਤੇ ਕਾਫੀ ਇੰਤਜ਼ਾਰ ਕਰਨੀ ਪੈ ਰਹੀ ਹੈ। ਨਤੀਜੇ ਦੇ ਤੌਰ 'ਤੇ ਇਸ ਇੰਤਜ਼ਾਰ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਵੀ ਗੱਡੀਆਂ ਮਿਲੀਆਂ ਔਰ ਉਹਨਾਂ ਦੇ ਵਿੱਚ ਕਾਫੀ ਐਕਸਟਰਾ ਪੈਸੇ ਜਿੰਨਾ ਵੀ ਉਹਨਾਂ ਦਾ ਬਿੱਲ ਆਫ ਸੇਲ ਆ ਉਸ ਤੋਂ ਜ਼ਿਆਦਾ ਦੇਣੇ ਪੈ ਰਹੇ ਹਨ। ਹੁਣ ਜਦੋਂ ਸਾਡੇ ਗੱਲ ਧਿਆਨ 'ਚ ਆਈ ਅਤੇ ਸਾਡੇ ਕਈ ਜਿਹੜੇ ਸੁਣਨ ਵਾਲੇ ਨੇ ਸਤਿਕਾਰਯੋਗ ਜਿਹੜੇ ਟੈਕਸੀ ਚਾਲਕ ਵਿਅਕਤੀ ਨੇ ਉਹਨਾਂ ਵਿੱਚੋਂ 6 ਵਿਅਕਤੀਆਂ ਨੇ ਵੱਖ-ਵੱਖ ਡੀਲਰਸ਼ਿਪ ਦੇ ਕੋਲੇ ਆਪਣੀਆਂ ਕਾਰਾਂ ਬੁੱਕ ਕਰਵਾਈਆਂ ਹੋਈਆਂ ਸੀ ਅਤੇ ਉਹ 8 ਮਹੀਨੇ ਤੋਂ ਲਗਾਤਾਰ ਇੰਤਜ਼ਾਰ ਕਰ ਰਹੇ ਸਨ। ਉਹਨਾਂ ਦੇ ਵਿੱਚੋਂ ਇੱਕ ਪ੍ਰੇਮਪਾਲ ਸਿੰਘ ਨੇ ਉਹਨਾਂ ਨੇ ਕੱਲ੍ਹ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਮੈਨੂੰ ਡੀਲਰਸ਼ਿਪ ਤੋਂ ਵੱਧ ਪੈਸੇ ਦੇਣੇ ਪੈ ਰਹੇ ਨੇ। ਡੀਲਰਸ਼ਿਪ ਵਾਲੇ ਇਹ ਦੱਸ ਰਹੇ ਹਨ ਕਿ ਜੇ ਤੁਸੀਂ ਕਾਰ ਇਮੀਡੀਏਟਲੀ ਚਾਹੁੰਦੇ ਹੋ ਤਾਂ ਸਾਡੇ ਕੋਲ ਆ ਜਾਓ ਅਤੇ ਉਸ ਦੁਆਰਾ ਸਾਨੂੰ ਡੀਲ ਕਰਨਾ ਪਏਗਾ। ਔਰ ਉਹਨਾਂ ਨੇ ਇਹ ਦੋਸ਼ ਲਾਏ ਕਿ ਡੀਲਰਸ਼ਿਪ ਵਾਲੇ ਵੱਧ ਪੈਸੇ ਚਾਰਜ ਕਰ ਰਹੇ ਹਨ। ਔਰ ਉਸ ਤੋਂ ਬਾਅਦ ਸਾਡੇ ਜਿਹੜੇ ਫੀਲਡ ਰਿਪੋਰਟਰ ਨੇ ਸਾਡੇ ਜਰਨਲਿਸਟ ਨੇ ਰੈਡ FM ਦੇ ਰਤੇਸ਼ ਲੱਖੀ ਜੀ ਉਹ ਉਹਨਾਂ ਦੇ ਨਾਲ ਚਲੇ ਗਏ। ਉਹਨਾਂ ਨੇ ਜਾ ਕੇ ਉੱਥੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਕੀ ਮਹਿਸੂਸ ਕੀਤਾ ਦਰਅਸਲ ਡੀਲਰਸ਼ਿਪਸ ਕੀ ਕਰ ਰਹੀਆਂ ਨੇ ਅੱਜ ਕੱਲ੍ਹ ਕਾਰਾਂ ਦੀ ਸ਼ੋਰਟੇਜ ਜਾਂ ਚਿਪਸ ਦੀ ਸ਼ੋਰਟੇਜ ਕਰਕੇ ਕਾਰਾਂ ਦੀ ਇੰਤਜ਼ਾਰ ਜਿਹੜੀ ਕਰਨੀ ਪੈ ਰਹੀ ਹੈ ਉਸ ਦੇ ਵਿੱਚ ਜਿਹੜੀ ਕਾਰ ਦੀ ਪ੍ਰਾਈਸ ਹੈ ਸੋ ਹੈ ਲੇਕਿਨ ਉਸ ਤੋਂ ਵੱਧ ਪੈਸੇ ਕਿਉਂ ਚਾਰਜ ਕਰ ਰਹੇ ਨੇ ਕਿੱਥੇ ਚਾਰਜ ਕਰ ਰਹੇ ਨੇ ਕੀ ਕੋਈ ਲੂਪ ਹੋਲ ਹੈ। ਅੱਜ ਸਾਡੇ ਨਾਲ ਬਾਅਦ ਦੇ ਵਿੱਚ ਜੈਕ ਢੱਟ ਜਿਨ੍ਹਾਂ ਨੇ ਇਸ ਇਸ਼ੂ ਨੂੰ ਵਕੀਲਾਂ ਦੇ ਨਾਲ ਵੀ ਡਿਸਕਸ ਕੀਤਾ ਉਹ ਕਾਫੀ ਅੱਗੇ ਇਸ ਨੂੰ ਲੈ ਗਏ ਔਰ ਉਹ ਸਮਝਦੇ ਨੇ ਕਿ ਇੱਕ ਲੂਪ ਹੋਲ ਹੈ ਜ਼ਰੂਰ ਜਿਹਨੂੰ ਜਿਹੜੇ ਮੈਨੂਫੈਕਚਰਰਸ ਨੇ ਜਾਂ ਜਿਹੜੇ ਇਹਨਾਂ ਦੇ ਸਪਲਾਇਰ ਨੇ ਵਹੀਕਲਸ ਦੇ ਉਹ ਤਾਂ ਨਹੀਂ ਚਾਹੁੰਦੇ ਕਿ ਵਾਧੂ ਪੈਸੇ ਚਾਰਜ ਕੀਤੇ ਜਾਣ ਪਰ ਡੀਲਰਸ਼ਿਪ ਦੇ ਆਪਣੇ ਕਈ ਇਹੋ ਜਿਹੇ ਜੁਗਾੜ ਬਣਾਏ ਹੋਏ ਨੇ ਜਿਹਦੇ ਨਾਲ ਜਿਹੜੇ ਗਾਹਕ ਨੇ ਉਹਨਾਂ ਨੂੰ ਵੱਧ ਪੈਸੇ ਦੇਣੇ ਪੈ ਰਹੇ ਹਨ। ਕੀ ਤੁਸੀਂ ਇਸ 'ਚੋਂ ਨਿਕਲ ਸਕਦੇ ਹੋ? ਦਰਅਸਲ ਇਹ ਹੈ ਕੀ ਸਾਰੀ ਕਹਾਣੀ
ਮੇਰੇ ਨਾਲ ਰਤੇਸ਼ ਲੱਖੀ ਜੀ ਹਾਜ਼ਰ ਨੇ ਸਟੂਡੀਓ ਦੇ ਵਿੱਚ। ਰਤੇਸ਼, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਥਿੰਦ ਸਾਹਿਬ। ਕੱਲ੍ਹ ਜਦੋਂ ਤੁਸੀਂ ਗਏ ਪ੍ਰੇਮ ਜੀ ਦੇ ਨਾਲ, ਕੀ ਦੇਖਿਆ ਡੀਲਰਸ਼ਿਪ ਵਾਲਿਆਂ ਕੋਲੇ? ਕੀ ਇਹੋ ਜਿਹੀ ਗੱਲ ਹੈ ਜਿੱਥੇ ਉਹ ਵਹੀਕਲਸ ਛੇਤੀ ਦੇ ਸਕਦੇ ਨੇ ਪਰ ਵਾਧੂ ਚਾਰਜ ਕਰਦੇ ਨੇ? ਕਿਸ ਚੀਜ਼ ਦਾ ਵਾਧੂ ਚਾਰਜ ਕਰਦੇ ਨੇ? ਥਿੰਦ ਸਾਹਿਬ, ਉਹਦੇ 'ਚ ਕਈ ਡਾਇਮੈਂਸ਼ਨਸ ਹੈਗੀਆਂ ਨੇ, ਕਿਉਂਕਿ ਜਦੋਂ ਸਾਡੇ ਕੋਲ ਓਰੀਜਨਲੀ ਜਿਹੜੇ ਸ਼ਿਕਾਇਤਕਰਤਾ ਕਹਿ ਸਕਦੇ ਹਾਂ ਆਪਾਂ ਨੂੰ, ਜਾਂ ਇਸ ਕੇਸ ਦੇ ਵਿੱਚ ਜਿਹਨਾਂ ਦਾ ਗ੍ਰੀਵਾਂਸ ਸੀ, ਪ੍ਰੇਮਪਾਲ ਜੀ ਜਿਹਨਾਂ ਤੁਸੀਂ ਜ਼ਿਕਰ ਕੀਤਾ, ਜਦੋਂ ਉਹਨਾਂ ਨੇ ਅਪਰੋਚ ਕੀਤਾ, ਉਹਨਾਂ ਦਾ ਖਰਚਾ ਜਾਂ ਉਹਨਾਂ ਦਾ ਇਲਜ਼ਾਮ ਇਹ ਸੀ ਕਿ ਇਹ ਪ੍ਰੀਮੀਅਮ ਚਾਰਜ ਕੀਤਾ ਜਾ ਰਿਹਾ ਹੈ। ਕੋਸਟ ਆਫ ਵਹੀਕਲ ਦੇ ਉੱਤੇ ਇੱਕ ਸਰਟਨ ਪ੍ਰੀਮੀਅਮ ਹੈ। ਮਿਸਾਲ ਦੇ ਤੌਰ 'ਤੇ ਇਹਨਾਂ ਨੂੰ ਤਕਰੀਬਨ $30,000 ਦੀ ਇੱਕ ਕਾਰ ਸੀ ਜੋ ਕਿ ਇਹਨਾਂ ਨੇ ਬੁੱਕ ਕਰਵਾਈ ਹੈ ਕੁਝ ਹਫ਼ਤੇ ਪਹਿਲਾਂ। ਬਿਨਾਂ ਡੀਲਰਸ਼ਿਪ ਦਾ ਨਾਂ ਲਏ ਤੋਂ ਡਿਸਕਸ ਕਰਾਂਗੇ। ਜੀ ਬਿਲਕੁਲ। ਸੋ ਉਹ ਜਿਹੜੀ ਕਾਰ ਬੁਕਿੰਗ ਦੀ ਜਿਹੜੀ ਡਿਲੀਵਰੀ ਹੈ ਕਾਰ ਦੀ, ਉਹ 1 ਮਹੀਨੇ ਦੇ ਵਿੱਚ ਇਹਨਾਂ ਨੂੰ ਦੇਣ ਦੇ ਐਵਜ਼ ਦੇ ਵਿੱਚ ਇਹਨਾਂ ਨੂੰ ਕੁਝ ਪ੍ਰੀਮੀਅਮ ਦੇਣਾ ਪੈ ਰਿਹਾ, ਇਹ ਇਲਜ਼ਾਮ ਸੀ। ਲੇਕਿਨ ਇਹਨਾਂ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਪੂਰੀ ਗੱਲਬਾਤ ਜਦੋਂ ਮੈਂ ਸਮਝੀ, ਉਸ ਵਿੱਚ ਸਮਝ ਵਿੱਚ ਇਹ ਆਇਆ ਕਿ 2-3 ਕੁੰਡੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਡੀਲਰਸ਼ਿਪ ਵਰਤ ਰਹੀਆਂ ਨੇ। ਡਾਇਰੈਕਟਲੀ ਤਾਂ ਕੋਈ ਪ੍ਰੀਮੀਅਮ ਘੱਟੋ ਘੱਟ ਇਸ ਡੀਲਰਸ਼ਿਪ ਜਾਂ ਇਸ ਕਾਰ ਦੇ ਉੱਤੇ ਤਾਂ ਨਹੀਂ ਸੀ, ਲੇਕਿਨ ਇਹ ਪੋਸੀਬਲ ਹੈ ਕਿ ਕੁਝ ਡੀਲਰ ਇਸ ਚੀਜ਼ ਦਾ ਫਾਇਦਾ ਚੁੱਕਦੇ ਹੋਣ, ਲੋਕਾਂ ਦੀ ਜ਼ਰੂਰਤ ਦਾ ਜਾਂ ਲੋਕਾਂ ਦੀ ਜਿਹੜੀ ਸੈਂਸ ਆਫ ਅਰਜੈਂਸੀ ਹੁੰਦੀ ਹੈ। ਬੜੀ ਦਿਲਚਸਪ ਮੁਲਾਕਾਤ ਰਹੀ, ਉਸ ਦੇ ਵਿੱਚ ਅਸੀਂ ਕਈ ਕੁਐਸਚਨਸ ਪੁੱਟ ਕੀਤੇ ਜਿਹੜੇ ਡੀਲਰਸ਼ਿਪ ਸੀ। ਸੋ ਜਿਹੜੀ ਮੋਟੀ ਗੱਲ ਸਮਝ ਆਈ, ਉਹ 2 ਅਜਿਹੇ ਪੁਆਇੰਟ ਸੀ, ਨੁਕਤੇ ਸੀ, ਜਿੱਥੇ ਕਿ ਮਾਰਕਅਪ ਇਹਨੂੰ ਕਹਿ ਸਕਦੇ ਹਾਂ ਵੀ ਕੋਸਟ ਹੋ ਰਹੀ ਸੀ। ਗੱਡੀ ਦੀ ਐਗਜ਼ੈਕਟ ਕੀਮਤ ਜੋ ਕਿ $30,000 ਸੀ, ਇਹਨਾਂ ਨੂੰ ਔਨ ਰੋਡ ਉਹ ਗੱਡੀ ਪੈ ਕੇ $39,000 ਦੀ ਪੈਣੀ ਸੀ। ਲਗਭਗ $9,000 ਦਾ ਪ੍ਰਾਈਸਿੰਗ ਦਾ ਫਰਕ ਸੀ। ਲੇਕਿਨ ਉਸ ਦੇ ਵਿੱਚ ਟੈਕਸਿਸ, ਲੇਵੀਜ਼ ਵਗੈਰਾ ਸਾਰੀਆਂ ਲਗਾ ਕੇ ਜਿਹੜੀ ਮੈਨੂੰ ਲੱਗਾ ਕਿ ਇਹਦੀ ਓਰੀਜਨਲ ਕਾਸਟ ਬਣਦੀ ਆ, ਉਹ ਕਿਤੇ ਨਾ ਕਿਤੇ $35,000 ਦੇ ਆਸ-ਪਾਸ ਸੀ। ਸੋ ਤਕਰੀਬਨ $4,000 ਅਜੇ ਵੀ ਮਾਰਕਡ ਅਪ ਸੀ, ਜਿਸ ਨੂੰ ਕਿ ਬਾਅਦ ਦੇ ਵਿੱਚ ਜਿਹੜੀ ਰੀਜ਼ਨ ਸਾਨੂੰ ਸਮਝ ਵਿੱਚ ਆਇਆ ਕਿ ਕੁਝ ਅਜਿਹੀਆਂ ਵੈਲਿਊ ਐਡ ਔਨ ਸਰਵਿਸਿਸ ਸੀਗੀਆਂ, ਜਿਸ ਤਰੀਕੇ ਨਾਲ ਤੁਸੀਂ ਬੋਨਟ ਦੀ ਜਾਂ ਫੈਂਡਰ ਦੀ ਲੈਮੀਨੇਸ਼ਨ ਕਰਦੇ ਹੋ, ਜੋ ਕਿ ਸ਼ਾਇਦ ਮਾਰਕੀਟ ਦੇ ਵਿੱਚ $200-300 ਦੀ ਜਾਂ $400 ਦੀ ਹੋਏਗੀ, ਲੇਕਿਨ ਉਸ ਦੀ ਕਾਸਟ ਨੂੰ ਵਧਾ ਕੇ $2,100 ਡੀਲਰਸ਼ਿਪ ਦਿਖਾ ਰਹੀ ਸੀ। ਡੀਲਰਸ਼ਿਪ ਦੀ ਆਪਣੀ ਫੀਸ ਨੂੰ ਜ਼ੀਰੋ ਦੱਸਿਆ ਜਾ ਰਿਹਾ ਸੀ ਕਿ ਅਸੀਂ ਕੋਈ ਫੀਸ ਤੁਹਾਡੇ ਤੋਂ ਚਾਰਜ ਨਹੀਂ ਕਰ ਰਹੇ ਹਾਂ, ਲੇਕਿਨ ਉਹ ਜ਼ੀਰੋ ਡੀਲਰਸ਼ਿਪ ਫੀ ਦੇ ਐਵਜ਼ ਦੇ ਵਿੱਚ ਤੁਸੀਂ ਕੁਝ ਚੀਜ਼ਾਂ ਦੀ, ਸਰਵਿਸਿਜ਼ ਦੀ ਵੈਲਿਊ ਵਧਾ ਕੇ, ਸੋ ਮੈਨੂੰ ਇਹ ਲੱਗਾ ਕਿ ਟੋਟਲ ਜੋ ਗੱਡੀ ਦੀ ਕੋਈ ਵੀ ਵੈਲਿਊ, ਉਸ ਦਾ 10% ਜਿਹੜੀ ਕਾਸਟ ਹੈ ਉਸ ਨੂੰ ਐਡੀਸ਼ਨਲੀ ਪਾਤਾ ਜਾਂਦਾ ਹੈ ਕੰਜ਼ਿਊਮਰ ਦੇ ਉੱਤੇ ਬੋਝ। ਅਸਲ ਦੇ ਵਿੱਚ ਕੋਈ ਪ੍ਰੀਮੀਅਮ ਜਾਂ ਕੋਈ ਇਸ ਤਰ੍ਹਾਂ ਦੇ ਪੈਸੇ ਨਹੀਂ ਲੈਂਦੇ, ਪਰ ਜਿਹੜੀ ਸਰਵਿਸ ਦੇ ਚਾਰਜਸ ਨੇ, ਜਿਹੜੀ ਚੀਜ਼ ਉਹਨਾਂ ਨੇ ਕੋਈ ਨਵੀਂ ਇੰਸਟਾਲ ਕਰਵਾਉਣੀ ਹੈ, ਉਸ ਦਾ ਮਾਰਕੀਟ ਰੇਟ ਨਾਲੋਂ ਵੱਧ ਚਾਰਜ ਕਰ ਲੈਂਦੇ ਨੇ, ਕਿਉਂਕਿ ਡੀਲਰਸ਼ਿਪ ਦੀ ਆਮ ਤੌਰ 'ਤੇ ਮਹਿੰਗੀਆਂ ਹੁੰਦੀਆਂ, ਤੁਸੀਂ ਉਹਦਾ ਰਿਪੇਅਰ ਵੀ ਕਰਾਉਣੀ ਹੈ। ਪਰ ਇੱਕ ਹੋਰ ਮਹੱਤਵਪੂਰਨ ਗੱਲ ਜਿਹੜੀ ਉਹ ਇਹ ਹੈ, ਮੈਂ ਸਮਝਦਾ ਕਿ ਡੀਲਰਸ਼ਿਪ ਗਾਹਕ ਨੂੰ ਇਹ ਪ੍ਰੇਰਨਾ ਦੇ ਰਹੀ ਆ, ਪ੍ਰੇਰਿਤ ਕਰ ਰਹੀ ਹੈ ਕਿ ਫਲਾਂ ਬੈਂਕ ਤੋਂ ਹੀ ਜਾਂ ਫਲਾਂ ਕੰਪਨੀ ਤੋਂ ਫਾਈਨੈਂਸ ਕਰਵਾਓ। ਫਾਈਨੈਂਸ ਦਾ ਕੀ ਜਿਹੜਾ ਫੈਕਟਰ ਸੀ ਜਿਹੜਾ ਤੁਸੀਂ ਵੇਖਿਆ ਉੱਥੇ? ਤੁਸੀਂ ਜਿਹੜਾ ਸ਼ਬਦ ਵਰਤਿਆ ਪ੍ਰੇਰਿਤ, ਮੈਂ ਕਹਾਂਗਾ ਪ੍ਰੇਰਿਤ ਨਹੀਂ, ਬਲਕਿ ਉਹਨਾਂ 'ਤੇ ਦਬਾਅ ਪਾ ਰਹੀ ਹੈ। ਅਤੇ ਦਬਾਅ ਵੀ ਅਜਿਹਾ ਦਬਾਅ ਸੀ ਵੀ ਫਾਈਨਲੀ ਅਸੀਂ ਖੜ੍ਹੇ ਹੋ ਗਏ ਆਪਣੀ ਸੀਟ ਤੋਂ। ਰਾਦਰ ਜਿਹੜੇ ਸਾਡੇ ਐਗਜ਼ੈਕਟਿਵ ਸੀ ਜੋ ਸਾਨੂੰ ਗਾਈਡ ਕਰ ਰਹੇ ਸੀ ਉਸ ਡੀਲਰਸ਼ਿਪ ਦੇ, ਉਹੀ ਸੀਟ ਤੋਂ ਖੜ੍ਹੇ ਹੋ ਗਏ ਜਦੋਂ ਅਸੀਂ ਰੇਟ ਆਫ ਫਾਈਨਾਂਸ ਦੇ ਉੱਤੇ, ਕਿਉਂਕਿ ਬਾਕੀ ਸਾਰੀ ਕਾਸਟ ਮੰਨ ਲਈਆਂ ਗਈਆਂ ਕਿ ਠੀਕ ਹੈ ਇਹ ਕਾਸਟ ਆਪਾਂ ਦੇ ਦਿੰਦੇ ਹਾਂ, ਲੇਕਿਨ ਹੁਣ ਤੁਸੀਂ ਇਹ ਦੱਸੋ ਵੀ ਜਿਹੜੀ ਤੁਹਾਡੀ ਵੈਬਸਾਈਟ ਦੇ ਉੱਤੇ ਰੇਟ ਆਫ ਇੰਟਰਸਟ ਕਾਰ ਦੀ ਫਾਈਨਾਂਸ ਦੇ ਉੱਤੇ ਹੈ। ਪਰ ਉਹ ਜਿਹੜੀ ਗੱਲਬਾਤ ਸੀ ਬਹੁਤ ਸਟਲ ਤਰੀਕੇ ਨਾਲ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਉਹ ਦੱਸਦੇ ਨਹੀਂ। ਬੇਸਿਕਲੀ ਰੇਟ ਆਫ ਇੰਟਰਸਟ ਦੇ ਉੱਤੇ ਯੂਜੂਅਲੀ ਜ਼ਿਆਦਾ ਕੰਜ਼ਿਊਮਰ ਇੰਨਾ ਗਹਿਰਾਈ 'ਚ ਜਾਂਦੇ ਨਹੀਂ ਹੈ, ਕਿਉਂਕਿ ਉੱਥੇ ਕੋਸ਼ਿਸ਼ ਇਹ ਹੋ ਰਹੀ ਸੀ ਵੀ ਤੁਸੀਂ ਇੱਕ ਵਾਰ ਗੱਡੀ ਦੀ ਗੇੜੀ ਲਓ ਜੀ, ਤੁਸੀਂ ਗੱਡੀ ਨੂੰ ਡਰਾਈਵ ਕਰਕੇ, ਟੈਸਟ ਡਰਾਈਵ ਕਰਕੇ ਵੇਖੋ। ਅਸੀਂ ਕਿਹਾ ਵੀ ਨਹੀਂ, ਗੱਡੀ ਨੂੰ ਟੈਸਟ ਡਰਾਈਵ ਕਰਨ ਦੀ ਲੋੜ ਨਹੀਂ। ਕਹਿੰਦੇ ਨਹੀਂ, ਤੁਸੀਂ ਗੱਡੀ ਨੂੰ ਟੈਸਟ ਡਰਾਈਵ ਕਰਕੇ ਜ਼ਰੂਰ ਵੇਖੋ। ਹੁਣ ਇੱਕ ਪਲੋਏ ਹੁੰਦਾ ਹੈ ਕਿ ਤੁਸੀਂ ਗ੍ਰਾਹਕ ਨੂੰ, ਕੰਜ਼ਿਊਮਰ ਨੂੰ ਗੱਡੀ ਦੇ ਵਿੱਚ ਬਿਠਾਓ, ਉਸ ਨੂੰ ਫੀਲ ਕਰਾਓ, ਕਿਉਂਕਿ ਜਿਸ ਬੰਦੇ ਨੇ, ਸ਼ਖਸ ਨੇ ਗੱਡੀ ਲੈਣੀ ਹੁੰਦੀ ਹੈ, ਜਦੋਂ ਨਵੀਂ ਗੱਡੀ ਵਿੱਚ ਬੈਠਦਾ ਹੈ, ਉਹਦੇ ਜਿਹੜੇ ਆਪਣੇ ਭਾਵ ਹੁੰਦੇ ਨੇ, ਉਸਦਾ ਜਿਹੜਾ ਇੱਕ ਅਰਜ ਹੁੰਦੀ ਹੈ ਗੱਡੀ ਨੂੰ ਓਨ ਕਰਨ ਦੀ, ਉਹ ਹੋਰ ਤੇਜ਼ ਹੋ ਜਾਂਦੀ ਹੈ। ਉਹ ਇਮੋਸ਼ਨਲ ਲੈਵਲ ਦੇ ਉੱਤੇ ਗੱਡੀ ਦੇ ਨਾਲ ਅਟੈਚ ਹੋ ਜਾਂਦਾ, ਬਾਕੀ ਗੱਲਾਂ ਜਿਹੜੀਆਂ ਮਾਮੂਲੀ ਰਹਿ ਜਾਂਦੀਆਂ ਨੇ। ਹੁਣ ਉਸ ਦਾ ਚਲੋ ਇਹ ਤਾਂ ਸੇਲਸ ਟੈਕਨੀਕ ਹੋ ਸਕਦੀਆਂ ਨੇ, ਪਰ ਜਿਹੜੀ ਅਸਲੀ ਗੱਲ ਆ ਕਿ ਉਹ ਗਾਹਕ ਨੂੰ ਦਬਾਅ ਪਾਉਂਦੇ ਨੇ ਜਾਂ ਪ੍ਰੈਸ਼ਰ ਪਾਉਂਦੇ ਨੇ ਜਾਂ ਕਨਵਿੰਸ ਕਰਦੇ ਨੇ ਜਾਂ ਪ੍ਰੇਰਿਤ ਕਰਦੇ ਨੇ, ਜੋ ਵੀ ਕਹਿ ਲਓ ਤੁਸੀਂ, ਉਸ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਇੱਕ ਖਾਸ ਹੀ ਜਿਹੜੇ ਫਾਈਨੈਂਸ਼ੀਅਲ ਅਦਾਰੇ ਤੋਂ ਤੁਸੀਂ ਫਾਈਨੈਂਸ ਕਰਵਾਓ, ਉਹਦੇ 'ਚ ਉਹਨਾਂ ਨੂੰ ਕਿਕਬੈਕ ਮਿਲਦੀ ਹੈ। ਕਿਕਬੈਕ ਮਿਲਦੀ ਨਹੀਂ ਮਿਲਦੀ ਇਹ ਨਹੀਂ ਪਤਾ, ਲੇਕਿਨ ਕੰਜ਼ਿਊਮਰ ਨੂੰ ਜਿਹੜਾ ਘਾਟਾ ਪੈਂਦਾ, ਉਹਦੀ ਜਿਹੜੀ ਜੇਬ ਦੇ ਵਿੱਚ ਛੇਦ ਜਿਸ ਨੂੰ ਕਹਿੰਦੇ ਹੋਰ ਵੱਡਾ ਹੋ ਜਾਂਦਾ ਹੈ।
ਮਿਸਾਲ ਦੇ ਤੌਰ ਤੇ ਇਸ ਕਾਰ ਦੀ ਜਿਹੜੀ ਫਾਈਨੈਂਸਿੰਗ ਸੀ ਉਹਦੇ ਉੱਤੇ 5.99 ਯਾਨੀ ਕਿ 6% ਰੇਟ ਆਫ ਇੰਟਰਸਟ ਫਾਈਨੈਂਸਿੰਗ ਦੇ ਉੱਤੇ ਗਾਹਕ ਨੇ ਦੇਣਾ ਸੀ। ਲੇਕਿਨ ਜਦੋਂ ਫਾਈਨਲ ਸਾਨੂੰ ਕੈਲਕੂਲੇਸ਼ਨ ਦਿੱਤੀ ਗਈ $39,000 ਦੀ ਜਿਹੜੀ ਗੱਡੀ ਸੀ ਉਸ ਉੱਤੇ ਜਿਹੜਾ ਰੇਟ ਆਫ ਇੰਟਰਸਟ ਇਹਨਾਂ ਦੇ ਫਾਈਨਾਂਸ ਵੱਲੋਂ ਯਾਨੀ ਕਿ ਡੀਲਰਸ਼ਿਪ ਵੱਲੋਂ ਸੁਜੈਸਟ ਕੀਤੇ ਗਏ ਫਾਈਨਾਂਸ ਵੱਲੋਂ ਚਾਰਜ ਕੀਤਾ ਜਾਣਾ ਸੀ ਉਹ ਸੀ 11%, ਵਿਚ ਮੀਨ 5% ਦਾ ਵਾਧਾ। ਸੋ $40,000 ਦੀ ਜੇ ਕੋਈ ਗੱਡੀ ਹੈ ਤਾਂ ਉਸਦਾ ਆਪਾਂ 5% ਸਾਲਾਨਾ ਜੇ ਆਪਾਂ ਨੂੰ ਵੱਧ ਦੇਣਾ ਪੈ ਰਿਹਾ, ਵਿਚ ਮੀਨਸ ਕਿ ਸਾਨੂੰ ਸਾਲਾਨਾ ਤਕਰੀਬਨ 2 ਤੋਂ ਲੈ ਕੇ 2,500 ਇੱਕ ਛੋਟੀ ਕਾਰ ਸੀ, ਰਾਦਰ ਇੱਕ ਮੀਡੀਅਮ ਰੇਂਜ ਦੀ ਗੱਡੀ ਸੀ। ਲੇਕਿਨ ਜੇ ਗੱਡੀਆਂ ਵੱਡੀਆਂ ਹੋ ਜਾਣ, ਲੈਟ ਅਸ ਸੇ ਕਿ ਵੱਡੇ ਟਰੱਕਸ ਹੈਗੇ ਨੇ ਜਾਂ ਹੋਰ ਲਗਜ਼ਰੀ ਗੱਡੀਆਂ ਨੇ, ਤਾਂ ਉਹਨਾਂ ਦੇ ਵਿੱਚ ਸਾਲਾਨਾ ਤੁਸੀਂ ਜਿਹੜੀ ਐਡੀਸ਼ਨਲ ਰੇਟ ਆਫ ਇੰਟਰਸਟ ਮਹਿੰਗਾ ਹੋਣ ਕਾਰਨ ਤੁਸੀਂ ਤਕਰੀਬਨ $4,000-6,000 ਤੱਕ ਤੁਹਾਨੂੰ ਸਾਲਾਨਾ ਐਡੀਸ਼ਨਲ ਦੇਣਾ ਪਏਗਾ ਓਵਰ ਆਲ ਥੀਸ ਈਅਰਸ, ਜਿਹੜੀ ਕਾਸਟ ਆਫ ਬੋਰੋਇੰਗ ਆ। ਜੀ ਰੇਟ ਆਫ ਇੰਟਰਸਟ ਹੋਣ ਦੀ ਵਜ੍ਹਾ ਨਾਲ, ਕਿਉਂਕਿ ਨਾਰਮਲੀ ਜੇ ਅਸੀਂ 6% ਤੇ ਲੈਣਾ ਤੇ ਇਹਨਾਂ ਤੋਂ ਅਸੀਂ 11% ਤੇ ਲੈ ਰਹੇ ਹਾਂ। ਸੋ ਯੂ ਕੈਨ ਇਮੈਜਿਨ ਕਿ 5% ਦਾ ਜਿਹੜਾ ਵਿੱਚ ਉਸ ਨੂੰ ਚਰਚਾ ਦੇ ਵਿੱਚ ਹੀ ਨਹੀਂ ਲਿਆਇਆ ਜਾਂਦਾ ਤੇ ਅਕਸਰ ਕੰਜ਼ਿਊਮਰ ਉਸ ਉੱਤੇ ਕੋਈ ਜ਼ਿਆਦਾ ਚਰਚਾ ਛੇੜਦੇ ਨਹੀਂ, ਕਿਉਂਕਿ ਉਸ ਵਕਤ ਤੱਕ ਕਾਹਲੀ ਹੁੰਦੀ ਹੈ ਵੀ ਮੈਂ ਗੱਡੀ ਨੂੰ ਓਨ ਕਰ ਲਾਂ। ਉਸ ਤੋਂ ਬਾਅਦ ਇੱਕ ਹੋਰ ਗੱਲ ਜਿਹੜੀ ਬਹੁਤ ਮਹੱਤਵਪੂਰਨ ਆ ਕਿ ਜੇ ਕੋਈ ਗਾਹਕ ਡੀਲਰਸ਼ਿਪ ਨੂੰ ਕਹਿੰਦਾ ਕਿ ਠੀਕ ਹੈ ਜਿੰਨੇ ਵੀ ਤੁਸੀਂ ਕਾਰ ਆ $39,000 ਦੀ ਕਾਰ ਆ ਲਓ ਫੜੋ ਡਰਾਫਟ ਮੈਂ ਲੈ ਕੇ ਆਇਆ ਜਾਂ ਮੈਂ ਤੁਹਾਨੂੰ ਚੈੱਕ ਲਿਖਦਾ, ਮੇਰੇ ਕੋਲ ਹੈਗਾ 39,000 ਬੈਂਕ ਦੇ ਵਿੱਚ, ਇਹ ਤੁਸੀਂ ਲੈ ਲਓ ਤੇ ਕਾਰ ਮੈਨੂੰ ਦੇ ਦਿਓ। ਉਹ ਕਹਿੰਦੇ ਨਹੀਂ ਇਹ ਚੀਜ਼ ਬਿਲਕੁਲ ਉਹ ਰਿਕਮੈਂਡ ਵੀ ਨਹੀਂ ਕਰਦੇ। ਜੇ ਕੋਈ ਜਾਣਕਾਰੀ ਹੋਵੇ ਜਾਂ ਕੋਈ ਉਹ ਕਹਿੰਦੇ ਫਾਈਨੈਂਸ ਕਰਵਾਓ। ਹਾਂ, ਉਹਨਾਂ ਦਾ ਫੋਕਸ ਹੁੰਦਾ ਕਿ ਤੁਸੀਂ ਫਾਈਨੈਂਸ ਕਰਾਓ, ਕਿਉਂਕਿ ਮੈਨੂੰ ਇਹ ਸਮਝ ਵਿੱਚ ਆਇਆ ਕਿ ਇੱਕ ਬਹੁਤ ਵੱਡਾ ਹਿੱਸਾ ਤੁਸੀਂ ਜਿਹਨੂੰ ਕਿਕਬੈਕਸ ਕਿਹਾ ਹੈ, ਆਈ ਡੋਂਟ ਨੋ ਐਗਜ਼ੈਕਟਲੀ ਕਿਕਬੈਕਸ ਨੇ, ਲੇਕਿਨ ਬੈਂਕਾਂ ਦੇ ਨਾਲ ਕਮਿਸ਼ਨ ਕਹਿ ਲਓ, ਕਮਿਸ਼ਨ ਹੋਏਗੀ, ਕੋਈ ਸਾਂਝ ਹੋਏਗੀ, ਜਿਹਦੇ ਕੁਝ ਇਨਸੈਂਟਿਵਸ ਹੋਣਗੇ, ਡੀਲਰਸ਼ਿਪ ਨੂੰ ਇਨਸੈਂਟਿਵ ਮਿਲਣਗੇ ਕਿ ਤੁਸੀਂ ਕੈਸ਼ ਦੇ ਉੱਤੇ ਜਾਂ ਕਹਿ ਲਓ ਕਿ ਲੰਪ ਸਮ ਪੇਮੈਂਟ ਦੇ ਉੱਤੇ ਗੱਡੀ ਨਹੀਂ ਦੇਣੀ, ਤੁਸੀਂ ਇਹਨੂੰ ਮਹਿੰਗੇ ਰੇਟ ਆਫ ਇੰਟਰਸਟ ਦੇ ਉੱਤੇ ਫਾਈਨੈਂਸ ਕਰਾਓ। ਸੋ ਇਹਦੇ ਵਿੱਚ ਇੱਕ ਆਪਸ ਦੀ ਰਲਗੜ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਮਾਰਕੀਟ ਡਿਸਕ੍ਰਿਸ਼ਨਰੀ ਕਾਸਟ ਯਾਨੀ ਕਿ ਜਿਹੜੀ ਲੁਕਵੀਆਂ ਕਾਸਟ ਨੇ ਜਾਂ ਕਿਸੇ ਹੋਰ ਆਨੇ ਬਾਨੇ ਗਾਹਕ ਤੋਂ ਵਸੂਲੀ ਜਿਹੜੀ ਹੋ ਰਹੀ ਹੈ ਉਹ ਵੱਖਰਾ ਆਸਪੈਕਟ ਹੈ, ਉਹ ਛੋਟਾ ਆਸਪੈਕਟ ਹੈ। ਲੇਕਿਨ ਇਹ ਤਾਂ ਹਰ ਸਾਲ ਉਸ ਗਾਹਕ ਨੂੰ ਟਾਂਕਾ ਲੱਗਣਾ ਹੈ ਜਿਹੜਾ ਕਿ ਲੱਗਦਾ ਹੀ ਜਾਣਾ ਹੈ। ਆਪਣੇ ਨਾਲ ਮੱਖਣ ਜੌਹਲ ਜੀ ਨੇ। ਜੌਹਲ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਹ ਤੁਸੀਂ ਨਹੀਂ, ਮੈਂ ਵੀ ਇਹ ਗੱਡੀ ਕਰਾਈ ਸੀਗੀ, ਇਹ ਦੁਆ ਉਹ ਜਿੱਦਾਂ ਤੁਸੀਂ ਕਹਿੰਦੇ ਹੁੰਦਾ ਇੱਦਾਂ ਹੀ ਆ ਵੀ ਆਹ ਨਹੀਂ ਇੱਦਾਂ ਨਹੀਂ। ਮੈਂ ਵੀ ਗੱਡੀ ਇੱਕ ਉਹਨਾਂ ਦਾ ਨਾਂ ਤਾਂ ਨਹੀਂ ਮੈਂ ਡਿਟੇਲ ਆਪਣੇ ਪੰਜਾਬੀ ਆ, ਮੈਂ ਗੱਡੀ ਉਹਨਾਂ ਨੂੰ ਕਿਹਾ ਸੀ, ਮੈਨੂੰ ਕਹਿੰਦੇ ਗੱਡੀ ਹੈਗੀ ਆ ਤੁਹਾਡੇ ਕੋਲ RAV4 $20,000 ਉੱਤੇ ਮੰਗਦੇ, ਜਿਹੜੀ ਬ੍ਰਾਂਡ ਨਿਊ ਦੀ ਕਾਸਟ ਸੀਗੀ $44,000 ਤੇ ਉਹਨਾਂ ਮੇਰੇ ਕੋਲੋਂ ਮੰਗਦੇ ਸੀ $65,000, $20,000 ਕਹਿੰਦੇ ਅਸੀਂ ਐਕਸਟਰਾ ਲੈਣਾ। ਜਾਂ ਕੁਛ ਮਾਡਲ ਨੇ, ਥੈਂਕ ਯੂ ਜੀ ਜੌਲ ਸਾਹਿਬ, ਕੁਛ ਮਾਡਲ ਨੇ ਮੇਰਾ ਖਿਆਲ RAV4 ਉਹਨਾਂ ਦੇ ਵਿੱਚੋਂ ਇੱਕ ਆ, ਜਾਂ ਕੁਛ ਮਾਡਲ ਨੇ ਜਿਹੜੇ ਹਾਈਬ੍ਰਿਡ ਨੇ ਉਹਨਾਂ ਦੇ ਕੁਛ ਜ਼ਿਆਦਾ ਨੇ, ਜਿਹੜੀਆਂ ਪੈਟਰੋਲ ਵਾਲੀਆਂ ਕਾਰਾਂ ਨੇ ਉਹਨਾਂ ਦੇ ਕੁਛ ਮਾਡਲ ਨੇ ਜਿਹੜੇ ਆਮ ਤੌਰ ਦੇ ਉੱਤੇ ਟੈਕਸੀ ਸਰਵਿਸ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ। ਉਹ ਜਾਪਾਨੀ ਕਾਰਾਂ ਦਾ ਇੱਕ ਖਾਸ ਮਾਡਲ ਹੈ। ਸੋ ਇਹ ਕਾਰਾਂ ਦੇ ਉਹ ਇਸ ਤਰ੍ਹਾਂ ਵੱਧ ਚਾਰਜ ਕਰ ਲੈਂਦੇ ਨੇ। ਦੇਖੋ ਬੰਪਰ ਵਧੀਆ ਪਾ ਦਿੱਤਾ, ਕੋਈ ਚੀਜ਼ ਲੈਮੀਨੇਟ ਕਰ ਦਿੱਤੀ ਡੀਲਰਸ਼ਿਪ ਤੋਂ, ਕੋਈ ਖਾਸ ਚੀਜ਼ ਉਹਦੇ 'ਤੇ ਲਾ ਦਿੱਤੀ ਐਕਸਟਰਾ, ਉਹਦੀ ਤਾਂ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ ਬਿਲਕੁਲ। ਪਰ ਜੇ ਉਹ ਕਹਿ ਰਹੇ ਨੇ ਕਿ ਇੱਕ ਖਾਸ ਬੈਂਕ ਤੋਂ ਤੁਸੀਂ ਫਾਈਨੈਂਸ ਕਰਾਓ ਜਾਂ ਇੱਕ ਖਾਸ ਫਾਈਨੈਂਸ਼ੀਅਲ ਕੰਪਨੀ ਆ ਉਹ ਤੋਂ ਫਾਈਨੈਂਸ ਕਰਾਓ, ਕੈਸ਼ ਅਸੀਂ ਨਹੀਂ ਲੈਣਾ, ਕੈਸ਼ ਦੀ ਗੱਲ ਛੱਡੋ, ਚੈੱਕ ਜਾਂ ਡਰਾਫਟ ਵੀ ਅਸੀਂ ਨਹੀਂ ਲੈਣਾ। ਬਿਲਕੁਲ ਇਹ ਚੀਜ਼ ਹੋ ਰਹੀ ਹੈ। ਹਾਲਾਂਕਿ ਇਹ ਚੀਜ਼ ਬਾਰੇ ਕੋਈ ਐਸਾ ਰਿਟਨ ਰੂਲ ਨਹੀਂ ਹੈ, ਇਹ ਸਾਰੀ ਚੀਜ਼ਾਂ ਕੋਈ ਕੋਡਿਡ ਨਹੀਂ ਹੈਗੀਆਂ ਨੇ, ਕਿਉਂਕਿ ਇਸ ਤਰੀਕੇ ਨਾਲ ਉਹਨਾਂ ਨੂੰ ਮਨਾ ਨਹੀਂ ਕਰਨਾ ਚਾਹੀਦਾ। ਲੇਕਿਨ ਅਸੀਂ ਸਮਝਦੇ ਹਾਂ ਕਿ ਡੀਲਰਸ਼ਿਪਸ ਦੀ ਜਿਹੜੀ ਅੰਡਰਸਟੈਂਡਿੰਗ ਹੈ, ਉਹਨਾਂ ਦੀ ਜਿਹੜੀ ਆਪਣੀ ਭਾਈਵਾਲਤਾ ਹੈਗੀ ਹੈ ਨਾ ਬੈਂਕਿੰਗ ਇੰਸਟੀਟਿਊਸ਼ਨਸ ਦੇ ਨਾਲ, ਉਹ ਇੱਕ ਅਜਿਹੇ ਲੈਵਲ ਦੇ ਉੱਤੇ ਹੈ ਵੀ ਤੁਸੀਂ ਕੁਇਡ ਪ੍ਰੋ ਕੋ ਯਾਨੀ ਕਿ ਤੁਸੀਂ ਸਾਨੂੰ ਬੈਨੀਫਿਟ ਦਿਓ, ਅਸੀਂ ਤੁਹਾਨੂੰ ਬੈਨੀਫਿਟ ਦਿੰਦੇ ਹਾਂ। ਸੋ ਉਹਦੇ ਤਹਿਤ ਹੀ ਜਿਹੜਾ ਕੰਜ਼ਿਊਮਰ ਹੈ ਉਸ ਦੇ ਉੱਤੇ ਇੱਕ ਬੜਾ ਵੱਡਾ ਬੋਝ ਪਾਇਆ ਜਾ ਰਿਹਾ। ਅਤੇ ਇਹੀ ਆਖਰੀ ਪੁਆਇੰਟ ਸੀ, ਕਿਉਂਕਿ ਆਪਾਂ ਹੋਰ ਬਹੁਤ ਵੱਡੀਆਂ ਗੱਡੀਆਂ ਅਤੇ ਉਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਮਾਰਜਨਸ ਹੋਣਗੇ, ਜਿਵੇਂ ਸਾਡੇ ਜਿਹੜੇ ਸਰੋਤਿਆਂ ਨੇ ਕਿਹਾ ਹੈ ਕਿ ਉਹਨਾਂ ਤੋਂ ਇੰਨਾ ਅਪਫਰੰਟ ਮੰਗਿਆ ਜਾ ਰਿਹਾ ਸੀ। ਅਤੇ ਇਹ ਪੋਸੀਬਲ ਹੈ ਕਿ ਕੁਝ ਗੱਡੀਆਂ ਦੇ ਕੇਸਿਸ ਦੇ ਵਿੱਚ ਪ੍ਰੀਮੀਅਮ ਮੰਗਿਆ ਜਾਂਦਾ ਹੋਵੇ, ਜਿਹੜੀ ਕਾਰਸ ਜਾਂ ਵਹੀਕਲਸ ਜ਼ਿਆਦਾ ਡਿਮਾਂਡ ਦੇ ਵਿੱਚ ਹੋਣਗੇ। ਲੇਕਿਨ ਇਹ ਇੱਕ ਫੈਕਟ ਹੈ ਕਿ ਇਹ ਜਿਹੜੀਆਂ ਕਾਸਟਿੰਗ ਹੈਗੀਆਂ, ਇਸ ਨੂੰ ਫਾਈਨੈਂਸ ਦੇ ਜ਼ਰੀਏ, ਡਿਸਕ੍ਰਿਸ਼ਨਰੀ ਕਾਸਟ ਦੇ ਜ਼ਰੀਏ, ਕਈ ਜ਼ਰੀਆਂ ਤੋਂ ਤਕਰੀਬਨ 10%, ਜਿਹੜਾ ਕਿ ਮੈਂ ਤੁਹਾਨੂੰ ਕਿਹਾ ਵੀ 10% ਤਾਂ ਮਾਰਕਅਪ ਸਟ੍ਰੇਟ ਨਜ਼ਰ ਆ ਰਿਹਾ ਹੈ। ਅਤੇ ਵੱਡੀਆਂ ਗੱਡੀਆਂ ਦੇ ਵਿੱਚ ਇਹ ਮਾਰਜਨ ਮਾਰਕਅਪ ਵੱਡੇ ਹੋ ਸਕਦੇ ਨੇ, ਜਿਹੜੇ ਵੱਡੇ ਲੋਕਾਂ ਦੀ ਡਿਮਾਂਡ ਜ਼ਿਆਦਾ ਨੇ, ਲਗਜ਼ਰੀ ਸੈਗਮੈਂਟ 'ਚ ਆ ਜਾਂਦੇ ਨੇ, ਕਿਉਂਕਿ ਕੰਜ਼ਿਊਮਰ 'ਤੇ ਵੀ ਡਿਪੈਂਡ ਕਰਦਾ ਹੈ। ਮੈਂ ਜਿਸ ਸ਼ਖਸ ਨੂੰ ਕੰਪਨੀ ਕਰ ਰਿਹਾ ਸੀ, ਹੀ ਵਾਜ਼ ਅ ਟੈਕਸੀ, ਹੀ ਵਾਜ਼ ਅ ਕੈਬ ਆਪਰੇਟਰ, ਰਾਈਟ।
ਸੋ ਉਹਨਾਂ ਦੀ ਡਿਮਾਂਡ ਤੇ ਕੰਪਨੀ ਵੀ ਜਾਣਦੀ ਹੈ ਕਿ ਉਹਨਾਂ ਦੀ ਕਿੰਨੀ ਕੁ ਡਿਮਾਂਡ ਹੈ, ਕਿੰਨੀ ਕੁ ਸਮਰੱਥਾ ਹੈਗੀ ਹੈ ਖਰਚ ਕਰਨ ਦੀ। ਲੇਕਿਨ ਜੇ ਤੁਹਾਡੇ ਸਾਹਮਣੇ ਕੋਈ ਅਜਿਹਾ ਗ੍ਰਾਹਕ ਖੜਾ ਹੋਵੇ ਜਿਹਦੇ ਕੋਲ ਬਾਇੰਗ ਪਾਵਰ ਹੈ, ਜਿਹਦੇ ਕੋਲ ਲੋੜ ਵੀ ਹੈ, ਉਸਨੂੰ ਜ਼ਰੂਰਤ ਵੀ ਹੈ, ਅਤੇ ਉਹ ਲਗਜ਼ਰੀ ਸੈਗਮੈਂਟ 'ਚ ਹੈ, ਦੈਨ ਸਕਾਈ ਇਜ਼ ਦ ਲਿਮਿਟ। ਦੈਨ ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਕਿਵੇਂ ਮੋਲਡ ਕਰਦੇ ਹੋ, ਉਹ ਫਿਰ ਡੀਲਰਸ਼ਿਪ ਦੀ ਆਪਣੀ ਮਹਾਰਤ ਹੈ, ਉਹਨਾਂ ਦੇ ਮਾਰਕੀਟਿੰਗ ਸਕਿੱਲਸ ਨੇ। ਜੈਕ ਟੱਟ ਜੀ ਕਾਰਾਂ ਦੇ ਐਕਸਪਰਟ ਨੇ, ਉਹ ਆਏ ਦਿਨ ਇਹੋ ਜਿਹੀਆਂ ਸਿਚੁਏਸ਼ਨਸ ਨਾਲ ਵੀ ਡੀਲ ਕਰਦੇ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਹੜੀਆਂ ਕਾਰਾਂ ਚੰਗੀਆਂ ਨੇ ਅਤੇ ਕਾਰਾਂ ਦੇ ਵਿੱਚ ਨਵਾਂ ਕੀ ਆ ਰਿਹਾ। ਉਹਦੇ ਨਾਲ ਨਾਲ ਜਿਹੜੀ ਇਹ ਫਾਈਨੈਂਸਿੰਗ ਅਤੇ ਖ਼ਾਸ ਤੌਰ 'ਤੇ ਡੀਲਰਸ਼ਿਪ ਵੱਧ ਕਿਉਂ ਚਾਰਜ ਕਰਦੀ ਹੈ, ਉਹ ਕਈ ਕਦਮ ਇਸ ਜਿਹੜੇ ਕੱਲ੍ਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਅੱਗੇ ਜਾ ਚੁੱਕੇ ਹਨ। ਜੈਕ ਟੱਟ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਹਰਜਿੰਦਰ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਤੇ ਸਾਰੇ ਸੁਣਨ ਵਾਲੇ ਸਰੋਤੇ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਸੀਂ ਜ਼ਿਕਰ ਕਰ ਰਹੇ ਸਾਂ, ਮੇਰੇ ਨਾਲ ਰਤੇਸ਼ ਲੱਖੀ ਜੀ ਨੇ, ਇਹ ਕੱਲ੍ਹ ਜਾ ਕੇ ਆਏ ਨੇ ਇੱਕ ਡੀਲਰਸ਼ਿਪ ਦੇ ਉੱਤੇ ਜਿੱਥੇ ਕਾਰ ਦੇ ਵਿੱਚ ਖ਼ਾਸ ਤੌਰ ਦੇ ਉੱਤੇ ਉਹਦੀ ਕੀਮਤ ਦੇ ਵਿੱਚ ਕਾਫੀ ਵਾਧਾ ਕਰ ਰਹੇ ਨੇ ਡੀਲਰਸ। ਭਾਵੇਂ ਉਹ ਕੁਛ ਚੀਜ਼ ਉਸ 'ਚ ਇੰਸਟਾਲ ਕਰਦੇ ਨੇ, ਪਰ ਉਹ ਜ਼ਿੱਦ ਕਰ ਰਹੇ ਨੇ ਕਿ ਇੱਕ ਖ਼ਾਸ ਬੈਂਕ ਤੋਂ ਹੀ ਇਹ ਕਾਰ ਫਾਈਨੈਂਸ ਕਰਵਾਈ ਜਾਏ, ਜਿਹੜਾ ਕਿ ਇੰਟਰਸਟ ਰੇਟ ਕਿਤੇ ਜ਼ਿਆਦਾ। ਤੁਹਾਡੇ ਕੀ ਤਜਰਬੇ ਨੇ ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਇਹ ਜਿਹੜੀ ਗੱਲ ਆਪਣੇ ਕਰ ਰਹੇ ਨੇ ਤੇ ਤੁਸੀਂ ਹੁਣ ਕੀਤੀ ਹੈ ਹਰਜਿੰਦਰ ਜੀ, ਇਹ ਕਾਫੀ ਪਿਛਲੇ ਮਹੀਨਿਆਂ 'ਚੋਂ ਜਿਹੜੀ ਸਾਡੀ ਐਸੋਸੀਏਸ਼ਨ ਵਿੱਚ ਵੀ ਗੱਲ ਹੋ ਰਹੀ ਹੈ ਕਿ ਕਿਉਂ ਹੋ ਰਿਹਾ ਹੈਗਾ। ਪਰ ਜਿਹੜੇ ਜੇ ਆਪਾਂ ਐਂਡ ਤੇ ਜਾ ਕੇ ਕਹੀਏ ਨਾ, ਖਾਸ ਕਰਕੇ ਗੱਲ ਐਂਡ ਤੇ ਇਹੀ ਮੁੱਕ ਜਾਂਦੀ ਹੈ ਕਿ ਜਿਹੜੇ ਡੀਲਰਸ਼ਿਪਸ ਨੇ ਉਹ ਪ੍ਰਾਈਵੇਟਲੀ ਓਨ ਡੀਲਰਸ਼ਿਪਸ ਨੇ। ਜਿਹੜੀ ਮੈਨੂਫੈਕਚਰਰਸ ਉਹ ਆਪਣੀ ਪ੍ਰਾਈਸਿਸ ਸੈੱਟ ਕਰ ਸਕਦੇ ਆ, ਪਰ ਜਦੋਂ ਮਾਰਕੀਟ ਕਦੇ ਕਦੇ ਬਦਲ ਜਾਂਦੀ ਹੈ, ਜਿਸ ਤਰ੍ਹਾਂ ਹੁਣ ਆਪਣੇ ਕੋਵਿਡ ਤੋਂ ਬਾਅਦ ਬਦਲ ਚੁੱਕੀ ਹੈ, ਕਾਫੀ ਇਨਵੈਂਟੋਰੀ ਦੀ ਉਹਨਾਂ ਦੀ ਘਾਟ ਹੈਗੀ ਹੈ, ਡੀਲਰਸ਼ਿਪਸ ਕੈਨ ਐਡਜਸਟ ਦੇਅਰ ਪ੍ਰਾਈਸਿੰਗ, ਮਾਰਕੀਟ ਐਡਜਸਟਮੈਂਟ ਫੀ ਉਹਨੂੰ ਕਹਿ ਦਿੰਦੇ ਨੇ। ਉਹ ਤੁਹਾਡੀ ਫਾਈਨੈਂਸਿੰਗ ਵਿੱਚ ਹੋ ਸਕਦੀ ਹੈ, ਉਹ ਤੁਹਾਡੀ ਲੀਸ ਵਿੱਚ ਹੋ ਸਕਦੀ ਹੈ, ਉਹ ਤੁਹਾਡੇ ਐਡ ਆਨਸ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਪਹਿਲਾਂ ਇੱਕ ਵਾਰੀ ਕਿ ਅੰਡਰ ਕੋਟਿੰਗ, ਉਹਦੇ ਵਿੱਚ ਵੀ ਲਾ ਸਕਦੇ ਨੇ। ਇਟਸ ਅ ਵੈਰੀ ਡਿਫਿਕਲਟ ਥਿੰਗ, ਖਾਸ ਕਰਕੇ ਜਦੋਂ ਹੁਣ ਮਾਰਕੀਟ ਇੰਨੀ ਬਦਲ ਚੁੱਕੀ ਹੈਗੀ ਆ। they are allowed to do it because ਹਰ ਇੱਕ ਡੀਲਰਸ਼ਿਪ ਪ੍ਰਾਈਵੇਟਲੀ ਓਨਡ ਕਰਕੇ ਹੈਗੀ ਆ, ਉਹਨਾਂ ਕੋਲੇ ਇਹ ਰਾਈਟ ਹੈਗਾ। they're not doing anything illegal, ethically ਸ਼ਾਇਦ ਗਲਤ ਕਰਦੇ ਨੇ ਪਰ ਇਲੀਗਲ ਨਹੀਂ ਕੁਛ ਕਰਦੇ ਇਹ। ਪਰ ਇਹਨਾਂ ਨੂੰ ਰੈਗੂਲੇਟ ਕਰਨ ਵਾਲੀ ਕੋਈ ਬਾਡੀ ਹੈ? ਕਿਉਂਕਿ ਜੇ ਕੰਜ਼ਿਊਮਰ ਨੂੰ ਕਾਰ ਦੀ ਕੀਮਤ ਨਾਲੋਂ 7-8 ਹਜ਼ਾਰ ਡਾਲਰ ਵੱਧ ਦੇਣਾ ਪੈ ਰਿਹਾ, ਭਾਵੇਂ ਉਹ ਇੰਟਰਸਟ ਦੇ ਰੂਪ ਦੇ ਵਿੱਚ ਆ, ਭਾਵੇਂ ਉਹ ਸਸਤਾ ਸਮਾਨ ਮਹਿੰਗਾ ਪੇ ਕਰਨ ਦੇ ਰੂਪ ਦੇ ਵਿੱਚ ਆ, ਇਹਦੇ ਜੀ ਕੋਈ ਬੋਰਡ ਹੈਗੇ ਨੇ। ਫੋਰ ਐਗਜ਼ਾਮਪਲ ਜਿਹੜਾ ਦ ਨਿਊ ਕਾਰਸ ਡੀਲਰ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ, ਹਰ ਇੱਕ ਪ੍ਰੋਵਿੰਸ ਵਿੱਚ ਵੱਖਰੀ ਵੱਖਰੀ ਡੀਲਰਸ਼ਿਪ ਐਸੋਸੀਏਸ਼ਨ ਨੇ, ਉਹ ਰੈਕਮੈਂਡ ਕਰ ਸਕਦੇ ਕਿ ਤੁਸੀਂ ਡੀਲਰਸ਼ਿਪ ਇਹ ਨਾ ਕਰੋ। ਡੀਲਰਸ਼ਿਪ ਨੂੰ ਉਹ ਫੋਨ ਵੀ ਕਰ ਸਕਦੇ ਆ, ਉਹਨਾਂ ਨੂੰ ਚਿੱਠੀਆਂ ਭੇਜ ਸਕਦੇ ਆ, ਉਹ ਕਹਿ ਸਕਦੇ ਕਿ ਤੁਸੀਂ ਇਹ ਨਾ ਕਰੋ। ਪਰ ਲੀਗਲੀ ਸਪੀਕਿੰਗ ਜੇ ਡੀਲਰਸ਼ਿਪਸ ਨੇ 4,000, 7,000, 10,000 ਡਾਲਰ ਆਪਣੀ ਗੱਡੀ ਦੀ ਕੀਮਤ ਵਧਾਉਣੀ ਹੈਗੀ ਆ, ਦੇ ਕੈਨ। ਕਿਉਂਕਿ ਇਸ ਟਾਈਮ ਵਿੱਚ ਗੱਡੀਆਂ ਦੀ ਕਾਫੀ ਘਾਟ ਹੈ ਕਿ ਜਿਨ੍ਹਾਂ ਕੋਲ ਪੈਸੇ ਹੈਗੇ ਨੇ ਉਹ ਕਹਿੰਦੇ ਜੇ ਤੁਸੀਂ ਨਹੀਂ ਲੈਣੀ ਗੱਡੀ, ਇਹ 7,000 ਡਾਲਰ ਆਪਣੇ ਪ੍ਰੀਮੀਅਮ ਕਰਕੇ ਹੋਰ ਕਿਸੇ ਨੇ ਲੈ ਲੈਣੀ ਆ। ਤੇ ਸਭ ਤੋਂ ਬੁਰੀ ਗੱਲ ਹਰਜਿੰਦਰ ਜੀ ਸਾਡੇ ਨਾਲ ਹੋਈ ਐਕਚੁਅਲੀ, ਸਾਡੇ 2 ਦੋਸਤ ਨੇ ਜਿਹੜੇ ਕਿ ਆਪਣੇ ਲੋਕਲ ਡੀਲਰਸ਼ਿਪਸ ਇੱਥੇ ਇੱਕ ਪਿਟ ਮੈਡੋਜ਼ ਪੋਰਟ ਮੂਡੀ ਡੀਲਰਸ਼ਿਪ ਤੇ ਗਏ ਨੇ। ਉੱਥੇ ਜਾ ਕੇ ਉਹਨਾਂ ਨੇ ਗੱਡੀ ਲਈ ਤੇ ਉਹ ਕਹਿੰਦੇ ਸਾਰਾ ਪੇਪਰ ਵਰਕ ਸਾਈਨ ਨਹੀਂ ਕਰ, ਪਰ ਹੱਥ ਹੈਂਡਸ਼ੇਕ ਕਰ ਲਿਆ ਸੀ ਉਹਨਾਂ ਨੇ। ਜਦੋਂ ਹੈਂਡਸ਼ੇਕ ਕਰਨ ਤੋਂ ਬਾਅਦ ਉਹਨਾਂ ਨੇ ਸੇਲਸ ਪਰਸਨ ਨੇ ਕਿਹਾ ਕਿ ਓਕੇ ਵੀ ਆਲਸੋ ਰਿਕੁਆਇਰ ਐਡੀਸ਼ਨਲ $1,000 ਜੇ ਤੁਸੀਂ ਗੱਡੀ ਰੱਖਣੀ ਆ ਹੁਣ ਇਹ। ਪਰ ਉਹ ਕਹਿੰਦੇ ਸਾਡੇ ਪ੍ਰਾਈਸ ਵਿੱਚ ਤਾਂ ਹੈ ਨਹੀਂ ਸੀ ਇਹ। ਉਹ ਕਹਿੰਦੇ ਸੌਰੀ, ਇਹ ਸਾਡੀ ਪਾਲਿਸੀ ਆ ਹੁਣ ਕਰਕੇ। ਇਹੀ ਜਿਹੜੇ ਸਾਡਾ ਦੋਸਤ ਚਲਾ ਗਿਆ ਫਰੀਵੇ ਮੈਸਟ ਜੋ ਕਿ ਆਪਣੇ ਸਰੀ ਵਿੱਚ ਨੇ, ਉੱਥੇ ਜਾ ਕੇ ਉਹ ਕਹਿੰਦੇ ਸਾਡੇ ਕੋਲ ਕੋਈ ਫੀ ਨਹੀਂ ਹੈਗੀ। ਸੋ ਅਗੇਨ ਇੱਥੇ ਪਤਾ ਲੱਗਦਾ ਕਿ ਹਰ ਇੱਕ ਡੀਲਰਸ਼ਿਪ ਕੋਲੇ ਵੱਖਰੀ ਵੱਖਰੀ ਉਹਨਾਂ ਕੋਲੇ ਹੈਗੇ ਡਿਸਕ੍ਰੈਸ਼ਨਰੀ ਸੈਕਸ਼ਨ ਹੈਗਾ ਉਹਨਾਂ ਕੋਲੇ। ਇਟਸ ਨਾਟ ਫੇਅਰ ਟੂ ਦ ਕੰਜ਼ਿਊਮਰ, ਇਟਸ ਨਾਟ ਫੇਅਰ ਟੂ ਦ ਕੰਜ਼ਿਊਮਰ। ਪਰ ਦੂਸਰੇ ਪਾਸੇ ਜਿਹੜੀ ਇਹ ਗੱਲ ਕਹਿਣੀ ਆ ਕਿ ਤੁਸੀਂ ਇੱਕ ਖਾਸ ਬੈਂਕ ਤੋਂ ਹੀ ਫਾਈਨੈਂਸ ਕਰਾਉਣੀ ਆ ਜਿੱਥੇ ਇੰਟਰਸਟ ਰੇਟ ਤਕਰੀਬਨ 5% ਜ਼ਿਆਦਾ, ਔਰ ਇਸ ਨੂੰ ਨਹੀਂ ਰੋਕਿਆ ਜਾ ਸਕਦਾ? ਜਾਂ ਜਿਹੜੇ ਵਿਅਕਤੀ ਆਪਣਾ ਡਰਾਫਟ ਦੇਣਾ ਚਾਹੁੰਦੇ ਨੇ ਕਿ 40,000 ਦਾ ਡਰਾਫਟ ਲਓ ਮੈਂ ਕਾਰ ਖਰੀਦ ਲੈਣਾ, ਉਹ ਕਹਿੰਦੇ ਨੋ ਅਸੀਂ ਵੇਚਣੀ ਨਹੀਂ। ਸੋ ਇਹ ਨਾ ਇਹ ਜਿਹੜੀ ਇਹ ਗੱਲ ਹੈਗੀ ਕਾਫੀ ਪਿਛਲੇ ਸਾਲਾਂ ਤੋਂ ਚੱਲਦੀ ਹੈ। ਇਹ ਹੁਣ ਨਹੀਂ ਹੈਗੀ, ਪਹਿਲਾਂ ਸੀਗੀ ਇਹ ਲਗਜ਼ਰੀ ਕਾਰਾਂ ਵਿੱਚ। ਜੇ ਤੁਹਾਡੇ ਕੋਲ 80-90 ਲੱਖ ਡਾਲਰ ਕੈਸ਼ ਹੈਗਾ, ਤੁਸੀਂ ਜਾ ਕੇ ਦੇਣਾ ਚਾਹੁੰਦੇ ਆ ਕੈਸ਼, ਦੇ ਕੈਨ ਸੇ ਨੋ ਟੂ ਯੂ, ਕਿਉਂਕਿ ਉਦੋਂ ਬਲੈਕ ਮਾਰਕੀਟ ਸੀ ਲਗਜ਼ਰੀ ਕਾਰਾਂ ਦੀ। ਇੱਥੇ ਲੋਕੀ ਗੱਡੀ ਲੈ ਕੇ ਕੈਸ਼ ਤੌਰ ਤੇ, ਜੋ ਕਿ ਆਪਾਂ ਨੂੰ ਪਤਾ ਮਨੀ ਇਜ਼ ਮੇਡ ਸਮਟਾਈਮਸ ਵਿਦ ਇਲੀਗਲ ਮੈਟਰਸ, ਉਹ ਗੱਡੀ ਓਵਰਸੀਜ਼ ਜਾ ਕੇ ਵੇਚ ਦਿੰਦੇ ਸੀਗੇ। ਸੋ ਉਹ ਰੋਕਣ ਕਰਕੇ ਉਹ ਕਹਿੰਦੇ ਜਾਂ ਤੁਹਾਨੂੰ ਗੱਡੀ 1 ਸਾਲ ਵਾਸਤੇ ਤੁਹਾਨੂੰ ਰੱਖਣੀ ਪੈਂਦੀ ਹੈ ਜਾਂ ਤੁਸੀਂ ਸਾਨੂੰ ਪੇ ਕਰੋ ਇੰਸਟਾਲਮੈਂਟਸ ਵਿੱਚ। ਉਹਨਾਂ ਨੇ ਆਲਰੇਡੀ ਪਾਸ ਕਰ ਚੁੱਕੇ। ਅਗੇਨ ਡੀਲਰਸ਼ਿਪ ਦੀ ਹੈਗੀ ਖਾਸ।
ਜਦੋਂ ਆਪਾਂ ਫਾਈਨੈਂਸਿੰਗ ਦੀ ਗੱਲ ਕਰਦੇ ਹਾਂ, ਜੇ ਫਾਈਨੈਂਸਿੰਗ ਤੁਸੀਂ ਕਰਨਾ ਤੁਸੀਂ ਆਪਣੇ ਦੇ ਰეკਮੈਂਡ, ਉਹ ਸਟਰੋਂਗਲੀ ਰეკਮੈਂਡ ਕਰਦੇ ਤੁਸੀਂ ਸਕੋਸ਼ੀਆ ਬੈਂਕ ਥਰੂ ਜਾਓ, ਤੁਸੀਂ TD ਥਰੂ ਜਾਓ, ਇਹਦੇ ਥਰੂ ਜਾਓ, ਪਰ you have the option to go to your own bank and get a loan from them. You can do it. ਸਿਰਫ ਉਹ ਰეკਮੈਂਡ ਬਹੁਤ ਸਟਰੋਂਗਲੀ ਰეკਮੈਂਡ ਕਰਦੇ ਕਿ ਤੁਸੀਂ ਸਾਡੇ ਬੈਂਕ ਥਰੂ ਜਾਓ। ਪਰ ਕੱਲ ਜਿਹੜੀ ਗੱਲਬਾਤ ਹੋਈ, ਤੁਸੀਂ ਜਦੋਂ ਤੁਹਾਡੀ ਗੱਲ ਟੁੱਟੀ ਆ ਉਹਨਾਂ ਨਾਲ, ਜਦੋਂ ਤੁਸੀਂ ਕਹਿੰਦੇ ਉੱਠ ਕੇ ਖੜੇ ਹੋ ਗਏ ਸੀ, ਉਦੋਂ ਇਹੀ ਸੀ ਉਹ ਇੱਕ ਖਾਸ ਬੈਂਕ ਕੋਲੇ ਤੁਹਾਨੂੰ ਭੇਜਣਾ ਚਾਹੁੰਦੇ ਸੀ। ਖਾਸ ਬੈਂਕ ਦਾ ਮਤਲਬ ਸੀ ਉਹਨਾਂ ਕੋਲ ਇੱਕ ਪੈਨਲ ਆਫ ਬੈਂਕ ਹੋਏਗਾ ਜਿਹਦਾ ਰੇਟ ਆਫ ਇੰਟਰਸਟ 5.99% ਨਾ ਹੋ ਕੇ 11% ਸੀ। ਸੋ ਰੌਲਾ ਉੱਥੇ ਪੈਂਦਾ ਹੈ ਅਖੀਰ ਦੇ ਵਿੱਚ ਜਦੋਂ ਤੁਹਾਡੀ ਫਾਈਨਾਂਸ ਰੇਟ 'ਤੇ, ਕਿਉਂਕਿ ਯੂਜੂਅਲੀ ਕੰਜ਼ਿਊਮਰ ਸ਼ਾਇਦ ਫਾਈਨਾਂਸ ਰੇਟ ਦੇ ਉੱਤੇ ਨਾ ਅੜੇ, ਕਿਉਂਕਿ ਉਸਨੂੰ ਉਸ ਵਕਤ ਇੱਕ ਲੰਮਸਮ ਕੋਸਟ ਦਿਖ ਰਹੀ ਹੈ ਅਤੇ ਮੈਂ ਗੱਡੀ ਓਨ ਕਰਨੀ ਹੈ। ਲੇਕਿਨ ਤੁਸੀਂ 5% ਐਡੀਸ਼ਨਲ ਕੋਸਟ ਦਾ ਮਤਲਬ ਜਾਂ ਰੇਟ ਆਫ ਇੰਟਰਸਟ ਦਾ ਮਤਲਬ ਹੈ ਕਿ ਤੁਸੀਂ 5 ਸਾਲ ਜਾਂ 7 ਸਾਲ ਜਿੰਨੀ ਦੇਰ ਤੁਸੀਂ ਗੱਡੀ ਫਾਈਨਾਂਸ ਕੀਤੀ ਹੈ ਤੁਸੀਂ ਉਸਨੂੰ ਪੇ ਕਰਨਾ ਹੈ। ਸੋ ਰੇਂਜਿੰਗ ਫਰੋਮ ਅਪ ਟੂ $10,000 ਔਰ ਮੇਬੀ ਗੋਇੰਗ ਇਨ ਟੂ $50,000 to $60,000 ਤੁਸੀਂ ਅਗਲੇ 5-6 ਸਾਲਾਂ ਦੇ ਵਿੱਚ ਐਕਸਟਰਾ ਪੇ ਕਰੋਗੇ ਫॉर दैट ਰੇਟ ਆਫ ਇੰਟਰਸਟ। ਤੋ ਰੌਲਾ ਸਿਰਫ ਰੇਟ ਆਫ ਇੰਟਰਸਟ ਦਾ ਸੀ ਵੀ ਅਸੀਂ ਇਹਨੂੰ 6% ਰੇਟ ਆਫ ਇੰਟਰਸਟ 'ਤੇ ਕਿਉਂ ਨਾ ਲਈਏ, ਜਿਸ ਰੇਟ ਆਫ ਇੰਟਰਸਟ 'ਤੇ ਕੰਪਨੀ ਨੇ ਯਾਨੀ ਕਿ ਕਾਰ ਮੈਨੂਫੈਕਚਰਰ ਨੇ ਆਪਣੇ ਰੇਟ ਆਫ ਇੰਟਰਸਟ ਵੈਬਸਾਈਟ 'ਤੇ ਲਾ ਰੱਖੇ ਨੇ। 6% ਰੇਟ ਆਫ ਇੰਟਰਸਟ ਹੈ ਫਾਈਨਾਂਸ ਦਾ, ਅਤੇ ਤੁਸੀਂ ਇਸਨੂੰ 11% 'ਤੇ ਕਹਿ ਰਹੇ ਹੋ। ਸੋ ਉਹਨਾਂ ਦੇ ਹੋ ਸਕਦਾ ਉਹਨਾਂ ਕੋਲ 4-5 ਬੈਂਕਸ ਦਾ ਪੈਨਲ ਹੋਵੇ, ਉਹ ਕਹਿ ਵੀ ਅਸੀਂ ਇਹਨਾਂ ਬੈਂਕਸ ਤੋਂ ਦਵਾਉਣਾ ਚਾਹੁੰਦੇ ਹਾਂ। ਪਰ ਤੁਹਾਨੂੰ ਕਿਸੇ ਇੱਕ ਬੈਂਕ ਨੂੰ ਕਹਿ ਰਹੇ ਸੀ? ਨਹੀਂ, ਸਾਨੂੰ ਕਹਿ ਰਹੇ ਸੀ ਰੇਟ ਆਫ ਇੰਟਰਸਟ ਦੇ ਉੱਤੇ। ਰੇਟ ਆਫ ਇੰਟਰਸਟ ਤੁਹਾਨੂੰ 11% 'ਤੇ ਮਿਲੇਗਾ, 6% 'ਤੇ ਨਹੀਂ ਮਿਲੇਗਾ, ਵਿਚ ਮੀਨਸ ਕਿ ਇਹਦਾ ਮਤਲਬ ਇਹ ਸੀ ਵੀ ਸਾਡੇ ਕੋਲ ਚੋਇਸ ਨਹੀਂ ਸੀ ਇਨ ਟਰਮਸ ਆਫ ਚੂਜ਼ਿੰਗ ਦ ਬੈਂਕਰ, ਜੋ ਕਿ ਹੋਣੀ ਚਾਹੀਦੀ ਹੈ ਵੀ ਜੇ ਮੈਂ ਆਪਣੀ ਗੱਡੀ ਫਾਈਨਾਂਸ ਕਰਾਉਣੀ ਹੈ ਮੈਂ ਆਪਣੇ ਬੈਂਕ ਕੋਲ ਜਾਵਾਂਗਾ, ਕਿਉਂਕਿ ਉਹਨਾਂ ਨੇ ਤੁਹਾਡਾ ਕ੍ਰੈਡਿਟ ਸਕੋਰ ਚੈੱਕ ਕਰਨਾ, ਹੋਰ ਕਈ ਚੀਜ਼ਾਂ ਤੁਹਾਡੀਆਂ ਚੈੱਕ ਕਰਨਗੇ। ਲੇਕਿਨ ਉਹ ਸਾਨੂੰ ਆਪਣੇ ਬੈਂਕ ਕੋਲ ਜਾਣ ਦੀ ਬਜਾਏ ਉਹ ਕਹਿ ਰਹੇ ਸੀ ਕਿ ਨਹੀਂ ਤੁਹਾਨੂੰ 11% 'ਤੇ ਮਿਲੇਗਾ, ਵਿਚ ਮੀਨਸ ਦੈਟ ਦੇ ਨਿਊ ਕਿ 11% ਕਿਹੜੇ ਇੰਸਟੀਟਿਊਸ਼ਨਸ ਨੇ ਰੇਟ ਆਫ ਇੰਟਰਸਟ ਚਾਰਜ ਕਰਨਾ ਹੈ ਅਤੇ ਸਾਨੂੰ ਉਹਨਾਂ ਕੋਲ ਹੀ ਜਾਣ ਦੀ ਆਪਸ਼ਨ ਹੈ। ਡਾਕਟਰ ਸਾਹਿਬ, ਤੁਸੀਂ ਕਈ ਵਕੀਲਾਂ ਨਾਲ ਵੀ ਇਹ ਸਿਚੁਏਸ਼ਨ ਡਿਸਕਸ ਕੀਤੀ ਆ, ਉਹਨਾਂ ਦੀ ਕੀ ਲੀਗਲ ਓਪੀਨੀਅਨ ਆ? ਸੋ ਕਿਉਂਕਿ ਨਾ ਜਿਹੜੇ ਵਕੀਲ ਕਹਿੰਦੇ ਐਥਿਕਲੀ ਸਪੀਕਿੰਗ ਇਜ਼ ਟੋਟਲੀ ਰੋਂਗ, ਪਰ ਜੇ ਤੁਸੀਂ ਆਪਣਾ ਪੈਰ ਅਡਾਉਣਾ ਚਾਹੁੰਦੇ ਹੈਗੇ, ਇਫ ਯੂ ਵਾਂਟ ਟੂ ਟੇਕ ਅ ਸਟੈਂਡ ਯੂ ਕੈਨ ਗੋ ਲੀਗਲ ਮੈਟਰ ਸੇ ਦੇਖੋ ਮੇਰੇ ਕੋਲ ਕੈਸ਼ ਪੈਸੇ ਨੇ, ਮੇਰੇ ਕੋਲ ਬੈਂਕ ਡਰਾਫਟ ਹੈਗਾ, ਮੈਂ ਆਪਣੀ ਬੈਂਕ ਤੋਂ ਜਾਣਾ, ਯੂ ਕੈਨ ਫਾਈਟ ਇਟ, ਤੁਸੀਂ ਜਿੱਤ ਵੀ ਜਾਓਗੇ। ਪਰ ਪ੍ਰੋਬਲਮ ਪੈਂਦੀ ਹੈ ਹਰਜਿੰਦਰ ਜੀ, ਇੱਥੇ ਤੁਹਾਨੂੰ ਫਿਰ ਲੀਗਲ ਤੁਹਾਨੂੰ ਕਾਸਟ ਪੈ ਜਾਂਦੇ ਨੇ, ਉੱਥੇ ਪ੍ਰੋਬਲਮ ਤੁਹਾਨੂੰ ਪੈਣੀ ਹੈਗੀ ਆ। ਯੂ ਆਰ ਲੀਗਲੀ ਰਾਈਟ, ਪਰ ਉਹਨਾਂ ਨੇ ਕਹਿਣਾ ਕਿ ਸਾਡੇ ਕੋਲ ਲੂਪ ਹੋਲ ਹੈਗਾ, ਹੁਣ ਵੋਲੇਟਾਈਲ ਮਾਰਕੀਟ ਕਰਕੇ ਉਹ ਸਟਰੋਂਗਲੀ ਰეკਮੈਂਡ ਕਰਨਗੇ। ਪਰ ਹਰਜਿੰਦਰ ਜੀ ਗੱਲ ਇਹ ਵੀ ਹੋ ਸਕਦੀ, ਜੇ ਤੁਸੀਂ ਕਹੋਗੇ ਨਾ ਕਿ ਚਲੋ ਮੈਂ ਪਤਾ ਕਰਦਾ ਔਰ ਆਮ ਗੋਇੰਗ ਟੂ ਅਨਦਰ ਬੈਂਕ ਤੇ ਪਤਾ ਕਰਨ ਵਾਸਤੇ, ਉਹ ਤੁਹਾਨੂੰ ਇਹ ਵੀ ਕਹਿ ਸਕਦੇ ਉਹ ਸੌਰੀ ਉਹ ਕਾਰ ਵੇਖੀ ਹੋਣਾ, ਆਮ ਸੌਰੀ। ਸੋ ਦੇਰ ਇਜ਼ ਆਲਵੇਜ਼ ਥੀਸ ਲੂਪ ਹੋਲਸ। ਇਹ ਚੰਗੀ ਗੱਲ ਨਹੀਂ ਹੈਗੀ। ਕਾਫੀ ਚੰਗੇ ਡੀਲਰਸ਼ਿਪਸ ਬਾਹਰ ਨੇ, ਕਾਫੀ ਆਰਗੇਨਾਈਜੇਸ਼ਨਸ ਬਹੁਤ ਵਧੀਆ ਜੋ ਕਿ ਆਪਣੀ ਐਥੀਕਲ ਸਟੈਂਡਰਡਸ ਮੇਨਟੇਨ ਕਰਨਗੇ, ਬਿਲਕੁਲ, ਪਰ ਕਾਫੀ ਹੈਗੇ ਜਿਹੜੇ ਕਹਿੰਦੇ ਯਾਰ ਹੁਣ ਫਾਇਦਾ ਉਠਾ ਲਓ, ਅਸੀਂ ਕਿਉਂ ਅਸੀਂ ਆਪਣਾ ਨੁਕਸਾਨ ਕਰੀਏ। ਇਟਸ ਅ ਵੈਰੀ ਬੈਡ ਮਾਰਕੀਟ। ਇਹ ਸਿਰਫ ਆਪਣੇ ਇਹਦੇ ਵਿੱਚ ਨਹੀਂ ਹੈਗਾ, ਟਰੱਕਿੰਗ ਵਿੱਚ ਵੀ ਹੈ, ਯੂਜ਼ਡ ਕਾਰਾਂ ਵਿੱਚ ਵੀ ਹੈ, ਮੋਟਰਸਾਈਕਲ ਵਿੱਚ ਵੀ ਇਹੀ ਹੈ। ਜਿਹੜਾ ਮੋਟਰਸਾਈਕਲ ਤੁਹਾਨੂੰ ਪਹਿਲਾਂ 14,000 ਦਾ ਮਿਲਦਾ ਸੀ, ਉਹ ਹੁਣ ਕਈ ਲੋਕੀ ਕਹਿੰਦੇ ਸਾਨੂੰ 18-19,000 ਦਾ ਮਿਲਦਾ ਹੈ। ਇਟਸ ਰਾਈਟ ਅਕ੍ਰੋਸ ਦ ਮਾਰਕੀਟ। ਪਰ ਉਹਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਨਹੀਂ, ਉਹ ਮੋਟਰਸਾਈਕਲਾਂ ਦੇ ਕਈ ਖਾਸ ਚੀਜ਼ਾਂ ਨੇ, ਐਕਸੈਸਰੀਜ਼ ਨੇ, ਉਹ ਤੁਹਾਨੂੰ ਐਕਸੈਸਰੀਜ਼ ਵੇਚਦੇ ਨੇ। ਸੋ ਜਿਹੜਾ ਇੰਟਰਸਟ ਰੇਟ ਹੈ ਉਹ ਵੀ ਇੱਕ ਹੁਣ, ਸੋ ਪਹਿਲਾਂ ਸੀਗੀ ਪ੍ਰਾਈਸਿੰਗ ਦੀ ਆਪਣੀ ਪ੍ਰੋਬਲਮ ਪਈ ਸੀਗੀ, ਫਿਰ ਸੀ ਐਕਸੈਸਰੀ ਦੀ ਪ੍ਰੋਬਲਮ, ਹੁਣ ਇਹਨਾਂ ਨੇ ਇੰਟਰਸਟ ਰੇਟ ਪਿੱਛੇ ਪੈ ਗਏ। ਸੋ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੇ ਕਾਰ ਡੀਲਰਸ਼ਿਪਸ ਨੇ ਇੱਥੇ, ਉਹ ਜਦੋਂ ਉਹਨਾਂ ਨੂੰ ਪਤਾ ਕਿ ਅਸੀਂ ਇਹ ਲੂਪ ਹੋਲ ਅਸੀਂ ਹੋਰ ਲੱਭ ਸਕਦੇ ਹਾਂ, ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਦੇਰ ਜਸਟ ਗੋਇੰਗ ਥਰੂ ਡਿਫਰੈਂਟ ਸਟੈਪਸ ਆਪਣੇ ਫਾਇਦਾ ਵਧਾਉਣ ਵਾਸਤੇ and making more money for themselves। ਜਿੱਥੇ ਇੱਕ ਜਗ੍ਹਾ ਉਹਨੂੰ ਪਤਾ ਲੱਗਿਆ ਕਿ ਅਸੀਂ ਆਹ ਜਗ੍ਹਾ 'ਤੇ ਹੁਣ ਰੁਕ ਗਏ ਹੈਗੇ, ਸਾਨੂੰ ਮੀਡੀਆ ਤੋਂ ਕਾਫੀ ਡਿਫੈਂਸ ਮਿਲਦਾ ਹੈਗਾ, ਅਸੀਂ ਇੱਕ ਹੋਰ ਚੀਜ਼ ਫੜ ਲੈਣੀ ਆ, ਉਸ ਤੋਂ ਬਾਅਦ ਅਸੀਂ ਇੱਕ ਹੋਰ ਲਾਟ ਫੜ ਲੈਣਾ ਹੈਗਾ। ਸੋ ਇਹੀ ਪ੍ਰੋਸੈਸ ਕਰ ਰਹੇ ਨੇ। ਅਗੇਨ, ਜੇ ਤੁਸੀਂ ਕੰਜ਼ਿਊਮਰ ਵਧੀਆ ਹੈਗੇ ਹੋ ਐਂਡ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਹੋਰ ਡੀਲਰਸ਼ਿਪਸ ਜਾ ਕੇ ਉਹਨਾਂ ਨਾਲ ਗੱਲ ਕਰੋ, ਬਿਕਾਜ਼ ਦੇਰ ਆਰ ਲੋਟਸ ਆਫ ਗੁੱਡ ਡੀਲਰਸ਼ਿਪਸ ਆਊਟ ਦੇਅਰ, ਲੋਟਸ। ਤਾਂ ਤੁਹਾਡੀ ਗੱਲ ਠੀਕ ਹੈ, ਲੇਕਿਨ ਜਿਸ ਤਰੀਕੇ ਨਾਲ ਹੁਣ ਡਾਕਟਰਸ ਨੇ ਉਹਨਾਂ ਨੂੰ ਰੈਗੂਲੇਟ ਕਰਨ ਲਈ ਸਾਡੇ ਕੋਲ ਬਾਡੀ ਹੈ, ਜਾਂ ਸਾਡੇ ਕੋਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਰੈਗੂਲੇਟ ਕਰਨ ਲਈ ਸਾਡੇ ਕੋਲ ਬਾਡੀ ਹੈ, ਇਸੇ ਤਰ੍ਹਾਂ ਹੀ ਕੰਜ਼ਿਊਮਰ ਅਫੇਅਰਸ ਦੇ ਡਿਪਾਰਟਮੈਂਟ ਨੇ। ਜਿਹੜੀਆਂ ਡੀਲਰਸ਼ਿਪਸ ਨੇ ਇਹਨਾਂ ਦੇ ਉੱਪਰ ਕੋਈ ਨਿਗਰਾਨ ਦੇ ਤੌਰ 'ਤੇ ਇਹੋ ਜਿਹੀ ਸਰਕਾਰੀ ਸੰਸਥਾ ਨਹੀਂ ਜਿਹੜੀ ਇਹਨਾਂ ਨੂੰ ਇਸ ਗੱਲ ਤੋਂ ਰੋਕ ਸਕੇ ਕਿ ਤੁਸੀਂ ਇਸ ਤਰ੍ਹਾਂ ਮਨੀ ਗਾਊਜ ਨਹੀਂ ਕਰ ਸਕਦੇ? ਹਰਜਿੰਦਰ ਸਿੰਘ ਜੀ, ਰਾਈਟ ਨਾਓ ਦੇਰ ਇਜ਼ ਨਥਿੰਗ, ਨਹੀਂ ਹੈਗੀ ਹਾਲੇ ਤੱਕ। ਕੋਈ ਲੌਬੀ ਗਰੁੱਪਸ ਨੇ, AJAC ਜਿਹੜੀ ਸਾਡੀ ਆਟੋਮੋਬਾਈਲ ਜਰਨਲਿਸਟ ਐਸੋਸੀਏਸ਼ਨ ਆਫ ਕੈਨੇਡਾ, ਅਸੀਂ ਵੀ ਕਾਫੀ ਲੌਬੀ ਕਰਨ ਦੀ ਕੋਸ਼ਿਸ਼ ਕਰ ਚੁੱਕੇ ਕਿ ਨਾ ਕਰੋ, ਪਰ ਅਗੇਨ ਹਾਲੇ ਤੱਕ ਇਹ ਰੈਗੂਲੇਟਿੰਗ ਬਾਡੀ ਨਹੀਂ ਹੈਗੀ ਦੇ ਕੇ ਉਹ ਉਹਨਾਂ ਨੂੰ ਲੀਗਲ ਤੌਰ 'ਤੇ ਤੁਹਾਨੂੰ ਰੋਕ ਸਕਣ। ਹਾਲੇ ਤੱਕ ਕੁਛ ਨਹੀਂ ਹੈਗਾ। ਕਿਉਂਕਿ ਅੱਜ ਤੁਸੀਂ ਦੇਖੀ ਹੋਣੀ ਹੈ CBC ਦੀ ਵੀ ਇੱਕ ਨਿਊਜ਼ ਸਟੋਰੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਕਿ ਤੁਸੀਂ ਫਾਈਨੈਂਸਿੰਗ ਕਰਾਉਣੀ ਪੈਣੀ ਹੈ ਤੁਹਾਨੂੰ ਬਿਨਾਂ ਫਾਈਨੈਂਸ। ਹਾਂਜੀ,
ਹਾਈ ਰੇਟ ਆਫ ਇੰਟਰਸਟ ਤੇ ਫਾਈਨੈਂਸਿੰਗ ਜਾਂ ਵਿਚ ਇਜ਼ ਅ ਵੈਰੀ ਹਾਈ ਰੇਟ ਫਾਈਨੈਂਸਿੰਗ ਤੇ ਹੀ ਕਾਰ, ਜੇ ਤੁਸੀਂ ਕਾਰ ਲੈਣੀ ਹੈ ਤੁਹਾਨੂੰ ਫਾਈਨੈਂਸ ਕਰਾਉਣੀ ਪੈਣੀ ਆ, ਨਹੀਂ ਅਸੀਂ ਤੁਹਾਨੂੰ ਕਾਰ ਵੇਚਣੀ ਨਹੀਂ। ਬਿਲਕੁਲ। ਇੱਥੇ ਥਿੰਡ ਸਾਹਿਬ ਜਿੱਥੇ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਤੁਹਾਡੇ ਸਾਹਿਬ ਨਾਲ, ਇੱਥੇ ਇੱਕ ਬੜਾ ਵੱਡਾ ਰੋਲ ਹੈਗਾ ਗਵਰਨਮੈਂਟ ਦਾ। ਐਂਡ ਸੈਕੰਡਲੀ ਆਈ ਡੋਂਟ ਨੋ ਵੈਦਰ ਕੰਜ਼ਿਊਮਰ ਕੋਰਟਸ ਆਰ ਸੋ ਐਕਟਿਵ ਹੇਅਰ, ਕਿਉਂਕਿ ਯੂਜੂਲੀ ਇਹ ਚੀਜ਼ਾਂ ਰੇਟ ਆਫ ਇੰਟਰਸਟ ਦੇ ਤੁਸੀਂ ਚਾਰਜ ਕਰ ਰਹੇ ਹੋ, ਇਹ ਚੀਜ਼ਾਂ ਕੰਜ਼ਿਊਮਰ ਕੋਰਟਸ ਦਾ ਡੋਮੇਨ ਹੋਣੀਆਂ ਚਾਹੀਦੀਆਂ ਨੇ। ਇਹ ਕੰਜ਼ਿਊਮਰ ਅਫੇਅਰਸ ਦਾ ਡਿਪਾਰਟਮੈਂਟ ਹੈ ਜੀ। ਉਹਨਾਂ ਨੂੰ ਇਸ ਕਿਸਮ ਦੀ ਜਿਹੜੀ, ਮੈਂ ਤਾਂ ਇਸ ਨੂੰ ਕਹਾਂਗਾ ਇਹ ਬੇਸਿਕਲੀ ਅਨਫੇਅਰ ਟ੍ਰੇਡ ਪ੍ਰੈਕਟਿਸ ਹੈ। ਤੁਸੀਂ ਸਪਲਾਈ ਤੇ ਡਿਮਾਂਡ ਦੇ ਵਿੱਚ ਜਿਹੜਾ ਵੱਡਾ ਗੈਪ ਹੈ, ਸਪਲਾਈ ਤੁਹਾਡੀ ਘੱਟ ਹੈ, ਡਿਮਾਂਡ ਜ਼ਿਆਦਾ ਹੈ, ਉਸ ਚੀਜ਼ ਦਾ, ਉਸ ਸਿਚੁਏਸ਼ਨ ਦਾ ਫਾਇਦਾ ਉਠਾ ਕੇ ਤੁਸੀਂ ਕੰਜ਼ਿਊਮਰ ਨੂੰ ਫਲੀਸ ਕਰ ਰਹੇ ਹੋ। ਅਤੇ ਸਪਲਾਈ ਡਿਮਾਂਡ ਤਾਂ ਹੋ ਸਕਦਾ ਅਗਲੇ 1 ਸਾਲ 'ਚ ਖਤਮ ਹੋ ਜਾਏ ਇਹ ਗੈਪ, ਲੇਕਿਨ ਜਿਹੜਾ ਰੇਟ ਆਫ ਇੰਟਰਸਟ ਤੁਸੀਂ ਇੱਕ ਵਾਰ ਕਮਿਟ ਕਰ ਬੈਠੇ ਹੋ, ਉਸ ਨੂੰ ਤੁਸੀਂ ਅਗਲੇ 7 ਸਾਲ ਤੱਕ ਬਰਡਨ ਨੂੰ ਲੈ ਕੇ ਚੱਲਣਾ ਹੈ। ਮੇਰਾ ਖਿਆਲ ਆ ਵੀ ਉਹ ਇਸ ਤਰ੍ਹਾਂ ਦੇ ਇੰਟਰਸਟ ਨੇ ਜਾਂ ਇਸ ਤਰ੍ਹਾਂ ਦੀ ਕੌਂਟਰੈਕਟਸ ਨੇ, ਮੈਨੂੰ ਕਰੈਕਟ ਕਰਿਓ ਡਾਕਟਰ ਸਾਹਿਬ, ਕਿ ਕਦੇ ਵੀ ਪੇ ਆਊਟ ਕਰ ਸਕਦੇ ਨੇ ਉਹਨੂੰ। ਯੂ ਕੈਨ ਪੇ ਇਟ ਆਊਟ, ਪਰ ਉਹਦੇ ਕਦੇ ਕਦੇ ਫੀਸ ਵੀ ਲਾ ਦਿੰਦੇ ਆ ਜੀ। ਹੁਣ ਆਪਾਂ ਜਿਸ ਤਰ੍ਹਾਂ ਪਤਾ, ਜੇ ਤੁਸੀਂ ਮੋਰਗੇਜ ਲੈਂਦੇ ਹੋ ਤੁਸੀਂ ਉਹਦੀ ਪਹਿਲਾਂ ਫੀ ਪੇ ਕਰਨਾ, ਦੇਰ ਸਮਟਾਈਮਸ ਦੇਰ ਇਜ਼ ਪੈਨਲਟੀ ਅਟੈਚਡ ਟੂ। ਹਾਂਜੀ, ਸੋ ਇਹਦੇ ਵਿੱਚ ਹੋ ਸਕਦੀ ਹੈ। ਹਾਲੇ ਅਗੇਨ ਮੈਨੂੰ ਪੇਪਰਵਰਕ ਹਰ ਇੱਕ ਡੀਲਰਸ਼ਿਪ ਦਾ ਵੱਖਰਾ ਵੱਖਰਾ, ਪਰ ਅਗੇਨ ਜਿੱਥੇ ਤੁਹਾਨੂੰ ਗਾਊਜ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਦੇ ਵਿਲ ਡੈਫੀਨਿਟਲੀ ਡੂ ਇਟ ਫॉर ਨਾਓ। ਇਟਸ ਨਾਟ ਫੇਅਰ ਟੂ ਦ ਕੰਜ਼ਿਊਮਰ। ਅਖੀਰ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਨਵੀਆਂ ਕਾਰਾਂ ਲੈਣੀਆਂ ਨੇ? ਯਾ ਮੈਂ ਤੁਹਾਨੂੰ ਜਿਸ ਤਰ੍ਹਾਂ ਹਰਜਿੰਦਰ ਜੀ ਕੱਲ੍ਹ ਪਰਸੋਂ ਵੀ ਗੱਲ ਕੀਤੀ ਸੀ, ਜੇ ਤੁਸੀਂ 2-4 ਮਹੀਨੇ ਠਹਿਰ ਸਕਦੇ ਨਾ, ਯੂ ਸੀ ਦੇ ਮਾਰਕੀਟ ਨੇ ਸਟੇਬਲ ਹੋਣ ਲੱਗ ਜਾਣਾ ਹੈਗਾ। ਪਰ ਅਗੇਨ ਡਿਊ ਡਿਲੀਜੈਂਸ ਕਰਕੇ ਨਾ ਤੁਸੀਂ ਆਪਣੇ ਜਿਹੜਾ ਉਹਨਾਂ ਦਾ ਸੇਲਸ ਮੈਨੇਜਰ ਹੈ, ਜਾਂ ਹਰ ਇੱਕ ਡੀਲਰਸ਼ਿਪ ਵਿੱਚ ਇੱਕ ਕਸਟਮਰ ਰਿਟੈਂਸ਼ਨ, ਕਸਟਮਰ ਰਿਲੇਸ਼ਨ ਡਿਪਾਰਟਮੈਂਟ ਵੀ ਹੈ। ਤੁਸੀਂ ਸੇਲਸ ਬੰਦੇ ਨਾਲ ਗੱਲ ਨਾ ਕਰੋ, ਤੁਸੀਂ ਉਹਨਾਂ ਨਾਲ ਗੱਲ ਕਰੋ। ਐਂਡ ਤੁਸੀਂ ਇਹ ਵੀ ਗੱਲ ਉਹਨੂੰ ਸਾਫ਼ ਕਹਿ ਦਿਓ ਕਿ ਜੇ ਤੁਸੀਂ ਇਹ ਗੱਲ ਕਰਨੀ ਹੈਗੀ ਆ, ਵੀ ਵਿਲ ਬ੍ਰੌਡਕਾਸਟ ਔਨ ਮੀਡੀਆ, ਕਿਉਂਕਿ ਉੱਥੋਂ ਡਰਦੇ ਆ ਕਿ ਸਾਨੂੰ ਬੈਕਲੈਸ਼ ਨਾ ਮਿਲੇ ਸਾਰੀ ਸੁਸਾਇਟੀ ਤੋਂ। ਇੱਕ ਦੋ ਬੰਦੇ ਨੂੰ ਖਰਾਬ ਕਰ ਦੇਣ, ਠੀਕ ਹੈ, ਉਹਨਾਂ ਵਾਸਤੇ ਨੋ ਲਾਸ ਹੈਗਾ। ਕਾਫੀ ਲੋਕਾਂ ਕੋਲ ਖੁੱਲੇ ਪੈਸੇ, ਉਹ ਕਹਿੰਦੇ ਚਲੋ ਅਸੀਂ ਗੱਡੀ 5000 ਜਾਂ ਅਸੀਂ 2-4% ਇੰਟਰਸਟ ਤੇ ਵੱਧ ਵੀ ਲੈ ਲਾਂਗੇ। ਪਰ ਜੇ ਤੁਸੀਂ ਸੋਸ਼ਲ ਮੀਡੀਆ ਥਰੂ ਜਾਓਗੇ, ਥੀਸ ਪੀਪਲ ਡੂ ਗੈਟ ਅਫੈਕਟਡ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਰਿਤੇਸ਼ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਕੱਲ੍ਹ ਜਿਹੜੀ ਗੱਲਬਾਤ ਉਹਨਾਂ ਨਾਲ ਹੋਈ ਹੈ, ਇਹਦੇ ਨਾਲ ਮੇਰਾ ਖਿਆਲ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗੇਗਾ ਕਿ ਉਹ ਕੀ ਕਰ ਸਕਦੇ ਨੇ, ਕੀ ਆਪਸ਼ਨਸ ਨੇ ਉਹਨਾਂ ਕੋਲ। ਲੈਟਸ ਹੋਪ ਫॉर द ਬੈਸਟ ਜੀ। ਯਾ, ਥੈਂਕ ਯੂ।